ਹਰਜੀਤ ਸਿੰਘ ਜੀ ਸੰਪਾਦਕ ਸਿੱਖ ਫੁਲਵਾੜੀ ਉਹ ਆਪ ਜੀ ਨਾਲ ਅੱਜ ਸਾਂਝਾ ਕਰਨਗੇ। ਤਾਂ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪਣਾ ਵਿਸ਼ਾ ਦੀ ਆਪ ਜੀ ਨਾਲ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਅੱਜ ਦੀ ਇਸ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਮਿਹਰ ਸਦਕਾ ਗੁਰਮਤਿ ਵਿਚਾਰਾਂ ਦੀ ਇਹ ਲੜੀ ਜੋ ਚੱਲ ਰਹੀ ਹੈ, ਆਪ ਜੀ ਨਾਲ ਸਾਂਝੀਆਂ ਕਰਨ ਦਾ ਸਮਾਂ ਮਿਲਿਆ ਹੈ। ਨਾਮ ਜਾਂ ਸਿਮਰਨ ਕੀ ਹੈ, ਸਿਮਰਨ ਕਿਵੇਂ ਕਰੀਏ, ਸਿਮਰਨ ਦੀਆਂ ਪੌੜੀਆਂ ਕਿਹੜੀਆਂ ਹਨ, ਸਿਮਰਨ ਦੇ ਡੰਡੇ ਕਿਹੜੇ ਹਨ, ਨਾਮ ਅਭਿਆਸੀ ਦੇ ਜੁੜਨ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਕੁਝ ਵਿਚਾਰਾਂ ਅਸੀਂ ਪਿਛਲੇ ਹਫ਼ਤਿਆਂ ਵਿੱਚ ਇਹ ਸਾਂਝੀਆਂ ਕਰਦੇ ਰਹੇ ਹਾਂ। ਤਾਂ ਨਾਮ ਮਾਰਗ ਦੇ ਪ੍ਰਮੁੱਖ ਅੰਗ ਜਿਹੜੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਣਨਾ, ਪੜ੍ਹਨਾ ਜਾਂ ਵਿਚਾਰਨਾ, ਇਹ ਸਭ ਤੋਂ ਪਹਿਲਾ ਜ਼ਰੂਰੀ ਅੰਗ ਹੈ ਨਾਮ ਸਿਮਰਨ ਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ, ਇਹ ਹਿਰਦੇ ਵਿੱਚ ਦ੍ਰਿੜ ਕਰਨਾ, ਇਹ ਨਾਮ ਸਿਮਰਨ ਦਾ ਪਹਿਲਾ ਅੰਗ ਹੈ। ਫਿਰ ਉਸ ਪਰਮ ਪਿਤਾ ਪਰਮੇਸ਼ਰ ਨੂੰ ਹਰ ਸਮੇਂ ਆਪਣੇ ਨਾਲ ਅੰਗ ਸੰਗ ਸਮਝਣਾ, ਔਰ ਸਾਡੇ ਨਾਲ ਹੈ, ਜਿੱਥੇ ਵੀ ਮੇਰੇ ਨਾਲ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ ਦੀ ਗੱਲ ਅੰਦਰ ਪੱਕੀ ਕਰਨੀ। ਪ੍ਰਭੂ ਦੀ ਯਾਦ ਨੂੰ ਮਨ ਦਾ ਇਸ ਤਰ੍ਹਾਂ ਵਸਾਉਣਾ ਕਿ ਇਹ ਯਾਦ ਕਿਸੇ ਸਮੇਂ ਵੀ ਟੁੱਟ ਨਾ ਜਾਏ, ਯਾਦ ਕਿਤੇ ਵਿਸਰ ਨਾ ਜਾਏ। ਭਾਵ ਆਪਣੇ ਸਵਾਸ ਪ੍ਰਭੂ ਦੀ ਸਿਫਤ ਵਿੱਚ ਜੋੜਨੇ। ਫਿਰ ਕਦੀ ਵੀ ਸੰਸਾਰ ਵਿੱਚ ਨਿਰਾਸ਼ਵਾਦੀ ਹੋ ਕੇ ਜੀਵਨੀ ਜ਼ਿੰਦਗੀ ਨਹੀਂ ਜਿਉਣੀ, ਹਮੇਸ਼ਾ ਆਸ਼ਾਵਾਦੀ ਰਹਿਣਾ, ਔਰ ਉਹਦੀ ਬਖਸ਼ਿਸ਼ ਦਾ, ਉਸ ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਉਹਦੀ ਬਖਸ਼ਿਸ਼ ਦਾ ਆਸ ਰੱਖਣੀ। ਇਹ ਜ਼ਿੰਦਗੀ ਦਾ ਅਸੂਲ ਬੜਾ ਜ਼ਰੂਰੀ ਹੈ। ਐਸਾ ਨਾ ਹੋ ਜਾਏ, ਇਹ ਖਿਆਲ ਮਨ 'ਚ ਆ ਜਾਏ, ਕੀ ਫਾਇਦਾ ਪਾਠ ਕਰਨ ਦਾ, ਕੀ ਫਾਇਦਾ ਵਾਹਿਗੁਰੂ ਵਾਹਿਗੁਰੂ ਕਹਿਣ ਦਾ, ਕੀ ਫਾਇਦਾ ਗੁਰਬਾਣੀ ਕੀਰਤਨ ਕਰਨ ਦਾ, ਕੀ ਫਾਇਦਾ ਕੀਰਤਨ ਸੁਣਨ ਦਾ, ਕੀ ਲਾਭ ਹੈ ਗੁਰਬਾਣੀ ਕਥਾ ਵਿਚਾਰਾਂ ਕਰਨ ਦਾ, ਜੇ ਪਰਮੇਸ਼ਰ ਨੇ ਸਾਡਾ ਕਾਜ ਹੀ ਨਹੀਂ ਸਵਾਰਿਆ। ਮੇਰੀ ਬੇਨਤੀ ਹੈ, ਨਾਮ ਸਿਮਰਨ ਦਾ ਸਭ ਤੋਂ ਜ਼ਰੂਰੀ ਪਹਿਲੂ ਹੈ ਆਸ਼ਾਵਾਦੀ ਰਹਿਣਾ। ਨਿਰਾਸ਼ਾਵਾਦੀ ਜ਼ਿੰਦਗੀ ਵਿੱਚ ਕਦੀ ਵੀ ਤਰੱਕੀ ਨਹੀਂ ਹੋ ਸਕਦੀ, ਨਾ ਹੀ ਆਤਮਿਕ ਜੀਵਨ ਉੱਚਾ ਹੋ ਸਕਦਾ ਹੈ। ਔਰ ਸੰਸਾਰ ਦੇ ਨਾਸ਼ਵਾਦੀ ਜਿਹੜੇ ਨਾਸ਼ਵੰਤ ਪਦਾਰਥ ਹਨ, ਉਹਨਾਂ ਦੇ ਲੋਭ ਲਾਲਚ ਤੋਂ ਉੱਪਰ ਉੱਠ ਕੇ ਜ਼ਿੰਦਗੀ ਨੂੰ ਜਿਉਣਾ। ਪ੍ਰਭੂ ਦੇ ਨਾਮ ਵਿੱਚ ਜੁੜੇ ਹੋਇਆਂ ਦੀ ਸੰਗਤ ਪ੍ਰਾਪਤ ਕਰਨੀ, ਭਾਵ ਆਪਣੀ ਸੰਗਤ ਉਹ ਰੱਖਣੀ ਜਿੱਥੇ ਗੁਣ ਵਡਿਆਈਆਂ ਚਾਰ ਦੀ ਗੱਲ ਹੁੰਦੀ ਹੋਵੇ, ਜਿੱਥੇ ਪਰਮੇਸ਼ਰ ਦੇ ਨਾਮ ਦੀ ਗੱਲ ਚੱਲਦੀ ਹੋਵੇ,
ਕਿਉਂਕਿ ਜਿਹੋ ਜਿਹੀ ਰਹਿਣੀ ਵਿੱਚ, ਜਿਹੋ ਜਿਹੀ ਬਹਿਣੀ ਵਿੱਚ ਮਨੁੱਖ ਰਹਿੰਦਾ ਹੈ ਜਾਂ ਬੈਠਦਾ ਹੈ, ਉਹ ਜਿਹਾ ਸੁਭਾਅ ਉਸਦਾ ਬਣ ਜਾਂਦਾ ਹੈ। ਸ਼ਰਾਬੀਆਂ ਦੀ ਸੰਗਤ ਵਿੱਚ ਬਹਿਣ ਵਾਲਾ ਲਗਭਗ ਸ਼ਰਾਬੀ ਬਣ ਜਾਂਦਾ ਹੈ। ਜੁਆਰੀਆਂ ਦੀ ਸੰਗਤ ਵਿੱਚ ਬੈਠਣ ਵਾਲਾ ਜੁਆਰੀ ਬਣ ਜਾਂਦਾ ਹੈ। ਦੇਸ਼ ਪਿਆਰ ਤੋਂ ਕੁਰਬਾਨ ਹੋਣ ਵਾਲਿਆਂ ਦੀ ਸੰਗਤ ਵਿੱਚ ਬਹਿਣ ਵਾਲਾ ਆਪ ਵੀ ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਹੈ। ਜਿਹੋ ਜਿਹੀ ਰਹਿਣੀ ਹੋਵੇਗੀ, ਉਹੋ ਜਿਹੇ ਵਿਚਾਰ ਮਨ ਦੇ ਬਣ ਜਾਣਗੇ। ਇਸ ਵਾਸਤੇ ਗੁਰੂ ਕੇ ਪਿਆਰਿਆਂ ਦੀ, ਗੁਰੂ ਦੇ ਦੁਲਾਰਿਆਂ ਦੀ ਇਹ ਗੁਣ ਹੈ, ਇੱਕ ਨਾਮ ਅਭਿਆਸੀ ਦਾ, ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜਿਉ। ਪਾਏ ਲੱਗਣ ਦਾ ਮਤਲਬ ਉਹਨਾਂ ਦੇ ਕੋਲੋਂ ਕੁਝ ਸਿੱਖਣਾ, ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕੀਤਾ ਹੋਇਆ ਹੈ। ਫਿਰ ਆਪਣੀ ਵੱਖਰੀ ਹੋਣ ਦਾ ਅਹਿਸਾਸ ਖਤਮ ਕਰਨਾ। ਮੈਂ ਕੁਝ ਹਾਂ, ਮੈਂ ਵੱਖਰਾ ਹਾਂ, ਮੇਰੀ ਕੋਈ ਹਸਤੀ ਹੈ। ਜਦ ਤੱਕ ਵੱਖਰੀ ਹੋਣ ਦਾ ਅਹਿਸਾਸ ਬਣਿਆ ਰਹੇਗਾ, ਉਸ ਪ੍ਰੀਤਮ ਦਾ ਨੇੜਤਾ ਨਹੀਂ ਹੋ ਸਕੇਗੀ। ਆਪਣੀ ਹੋਂਦ ਨੂੰ ਮਿਟਾ ਕੇ ਹੀ ਉਸ ਵਿੱਚ ਲੀਨ ਹੋ ਜਾਣ ਦਾ ਸੁਭਾਅ ਬਣਨਾ ਚਾਹੀਦਾ ਹੈ। ਸਤ ਸੰਗਤ ਵਿੱਚ ਜਾ ਕੇ ਤ੍ਰਿਸ਼ਨਾ ਰੂਪੀ ਅਗਨ ਸਾਗਰ ਤੋਂ ਤਰਨ ਦਾ ਯਤਨ ਕਰਨਾ ਚਾਹੀਦਾ ਹੈ। ਸਤ ਸੰਗਤ ਵਿੱਚ ਬੈਠ ਕੇ ਗੁਰੂ ਦੀ ਗੱਲ ਕਰਨੀ, ਗੁਰੂ ਦੀ ਵਡਿਆਈ ਸੁਣਨੀ, ਔਰ ਇਸ ਸੰਸਾਰ ਭੋਜਨ ਤੋਂ ਪਾਰ ਹੋਣ ਦੀਆਂ ਗੱਲਾਂ ਦਾ ਇੱਕੋ ਸਾਧਨ ਹੈ, ਅਸੀਂ ਗੁਰੂ ਦੀ ਸੰਗਤ ਵਿੱਚ ਜਾ ਕੇ ਬੈਠੀਏ। ਫਿਰ ਗੁਰੂ ਪਾਤਸ਼ਾਹ ਜੀ ਨੇ ਦੁਬਾਰਾ ਇੱਕ ਗੱਲ ਪੱਕੀ ਦਰਜ ਕੀਤੀ ਕਿ ਗੁਰੂ ਨੂੰ ਨਮਸਕਾਰ ਕਰਦੇ ਰਹਿਣਾ, ਉਹਦੇ ਹੁਕਮ ਵਿੱਚ ਜ਼ਿੰਦਗੀ ਨੂੰ ਜਿਉਣਾ, ਮੰਨਦੇ ਰਹਿਣਾ, ਇਸ ਤਰ੍ਹਾਂ ਕਰਨ ਨਾਲ ਹਿਰਦਾ ਨਾਮ ਦੇ ਭੰਡਾਰ ਨਾਲ ਭਰ ਜਾਂਦਾ ਹੈ। ਇਹਦੇ ਅੰਦਰ ਨਾਮ ਦੇ ਭੰਡਾਰੇ ਜਮ੍ਹਾਂ ਹੋ ਜਾਂਦੇ ਹਨ। ਤਾਂ ਗੱਲ ਇੱਕ ਬੜੀ ਸਪਸ਼ਟ ਹੈ ਕਿ ਸਿਮਰਨ ਜਾਂ ਨਾਮ ਜਪਣਾ ਇਹ ਸੁਚੱਜੇ ਜੀਵਨ ਦਾ ਇੱਕ ਢੰਗ ਹੈ। ਇਹ ਕੋਈ ਰੈਪੂਟੇਸ਼ਨ ਨਹੀਂ, ਮਕੈਨੀਕਲ ਰੈਪੂਟੇਸ਼ਨ ਨਹੀਂ, ਕੋਈ ਕਰਮ ਕਾਂਡ ਨਹੀਂ। ਇਹ ਇੱਕ ਸੁਚੱਜੀ ਜ਼ਿੰਦਗੀ ਜਿਉਣ ਦਾ ਇੱਕ ਢੰਗ ਹੈ, ਜੋ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਕਿਉਂਕਿ ਸਿੱਖ ਧਰਮ ਗ੍ਰਸਤੀਆਂ ਦਾ ਮਾਰਗ ਹੈ। ਇਸ ਵਾਸਤੇ ਕਾਰ ਵਿਹਾਰ ਕਰਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਸੰਸਾਰਕ ਵਸਤਾਂ ਦੇ ਮੋਹ ਤੋਂ ਬਚ ਕੇ ਰਹਿਣਾ, ਉਹਨਾਂ ਦੇ ਪ੍ਰਭਾਵ ਤੋਂ ਬਚਣਾ, ਵਿਕਾਰਾਂ ਤੋਂ ਬਚਣਾ ਤੇ ਚੰਗੇ ਵਿਚਾਰ ਮਨ ਵਿੱਚ ਪੱਕੇ ਕਰਨੇ, ਸ਼ੁਭ ਕੰਮ ਕਰਨ ਦੇ ਲਈ ਹਮੇਸ਼ਾ ਤਿਆਰ ਰਹਿਣਾ, ਪਰਮੇਸ਼ਰ ਦੇ ਭਉ ਤੇ ਭਾਵਨੀ ਵਿੱਚ ਰਹਿਣਾ, ਇਹ ਚੀਜ਼ਾਂ ਹਮੇਸ਼ਾ ਹੀ ਉਸ ਪਿਆਰੇ ਨਾਲ, ਪ੍ਰੀਤਮ ਨਾਲ ਸਾਡਾ ਪਿਆਰ ਪੈਦਾ ਕਰਦੀਆਂ ਹਨ। ਜਿਹੜੀ ਜੀਵਨ ਜਾਚ ਗੁਰੂ ਬਖਸ਼ਦਾ ਹੈ, ਵੇ ਆਫ ਲਾਈਫ, ਜੀਵਨ ਦਾ ਢੰਗ ਗੁਰੂ ਦੱਸਦਾ ਹੈ, ਉਹ ਢੰਗ ਨੂੰ ਅਪਣਾਉਣਾ, ਕਿਉਂਕਿ ਸਿੱਖ ਦਾ ਕੰਮ ਸਿੱਖਣਾ ਹੈ। ਜੀਵਨ ਦੀ ਜਾਚ ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸੀ ਹੈ, ਉਸ ਅਨੁਸਾਰੀ ਹੋ ਕੇ ਜ਼ਿੰਦਗੀ ਜਿਉਣਾ, ਜਾਂ ਇਉਂ ਕਹਿ ਲਈਏ ਕਿ ਗੁਰਬਾਣੀ ਦੇ ਅਨੁਸਾਰ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ, ਪਰਮੇਸ਼ਰ ਨਾਲ ਲਗਾਤਾਰ ਨਿਤਾ ਪ੍ਰਤੀ ਉਹਦੀ ਸਿਫਤ ਸਲਾਹ ਵਿੱਚ ਜੁੜਨਾ, ਉਹਦੀ ਵਡਿਆਈ ਕਰਨੀ, ਇਹ ਸਿੱਖ ਦੀ ਜੀਵਨ ਜਾਚ ਦਾ ਮੁੱਖ ਹਿੱਸਾ ਹੈ, ਮੁੱਖ ਅੰਗ ਹੈ, ਜਿਹਨੂੰ ਨਾਮ ਬਾਣੀ ਦਾ ਅਭਿਆਸ ਵੀ ਅਸੀਂ ਆਖਦੇ ਹਾਂ। ਇਸ ਨਾਮ ਬਾਣੀ ਦੇ ਅਭਿਆਸ ਵਿੱਚ ਹੀ ਹੈ ਕਿ ਗੁਰੂ ਕਾ ਸਿੱਖ ਪਹਿਰ ਰਾਤ ਰਹਿੰਦੀ ਉੱਠੇ, ਇਸ਼ਨਾਨ ਕਰੇ, ਵਾਹਿਗੁਰੂ ਦੀ ਯਾਦ ਵਿੱਚ ਜੁੜੇ, ਸੰਗਤ ਕਰੇ, ਆਪਣੀ ਕਿਰਤ ਵਿਰਤ ਧਰਮ ਦੀ ਕਰੇ, ਫਿਰ ਦਿਨ ਢਲਦਿਆਂ ਨੂੰ ਫਿਰ ਗੁਰਬਾਣੀ ਦੇ ਅਭਿਆਸ ਵਿੱਚ ਜੁੜੇ। ਇਸ ਤਰ੍ਹਾਂ ਦੀ ਇਹਦੀ ਜੀਵਨ ਜਾਚ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁਝ ਵਿਦਵਾਨਾਂ ਨੇ, ਕੁਝ ਰਾਈਟਰਸ ਨੇ ਇਹ ਨਾਮ ਸਿਮਰਨ ਦੀਆਂ ਜੋ ਗੱਲਾਂ ਗੁਰਬਾਣੀ ਵਿੱਚ ਆਈਆਂ ਹਨ, ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਵੀ ਲਿਖਿਆ ਹੈ, ਜਿਹਦੇ ਵਿੱਚੋਂ ਭਾਈ ਵੀਰ ਸਿੰਘ ਜੀ ਦਾ ਇੱਕ ਕਥਨ ਮੈਨੂੰ ਯਾਦ ਆਉਂਦਾ ਹੈ। ਉਹ ਲਿਖਦੇ ਨੇ, ਪਹਿਲਾਂ ਨਵ ਅਭਿਆਸੀ ਰਸਨਾ ਨਾਲ ਜਪ ਕਰਦਾ ਹੈ,
ਫਿਰ ਜੋ ਰਸਨਾ ਨਾਲ ਜਪ ਕਰਦਾ ਹੈ ਉਹ ਮਨ ਵਿੱਚ ਵਸਦਾ ਹੈ। ਜਦੋਂ ਮਨ ਵਿੱਚ ਵਸਦਾ ਹੈ ਫਿਰ ਅਹਿਸਾਸ ਹੋ ਜਾਂਦਾ ਹੈ ਸਾਡਾ ਮਾਲਕ ਕੇਵਲ ਇੱਕ ਪਰਮੇਸ਼ਰ ਹੈ, ਪ੍ਰੀਤਮ ਹੈ, ਪਿਆਰਾ ਹੈ, ਤੇ ਉਹ ਸਾਨੂੰ ਪ੍ਰੇਮ ਕਰਦਾ ਹੈ, ਸਾਨੂੰ ਪਿਆਰ ਕਰਦਾ ਹੈ। ਇਹ ਭਾਵਨਾ ਬਣੀ ਰਵੇ ਤਾਂ ਫਿਰ ਨਾਮ ਅਭਿਆਸ ਨੇ ਉਹਨੂੰ ਉੱਚੀ ਆਤਮਿਕ ਅਵਸਥਾ ਦੀਆਂ ਉਡਾਰੀਆਂ ਵਿੱਚ ਲੈ ਜਾਣਾ ਹੈ। ਗੁਰੂ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ ਗੌੜੀ ਰਾਗ ਵਿੱਚ, ਰਸਨਾ ਜਪੀਏ ਏਕ ਨਾਮ। ਰਸਨਾ ਤੋਂ ਜਪਣਾ, ਅੰਦਰ ਲੈ ਕੇ ਜਾਣਾ, ਟਿਕਾਉਣਾ। ਫਿਰ ਗੁਰੂ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵੀ ਇੱਕ ਬਚਨ ਹੈ, ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਪਹਿਲਾਂ ਰਸਨਾ ਨਾਲ ਜਪਣਾ ਪੈਂਦਾ, ਫਿਰ ਅੰਦਰ ਰਿੜਕਿਆ ਜਾਂਦਾ ਹੈ। ਰਿੜਕਣ ਤੋਂ ਬਾਅਦ ਮੱਖਣ ਨਿਕਲਦਾ ਹੈ। ਮੱਖਣ ਨੂੰ ਸੰਭਾਲਣਾ ਵੀ ਆਉਣਾ ਚਾਹੀਦਾ ਹੈ। ਇਹ ਨਹੀਂ ਕਿ ਮੱਖਣ ਆਉਣ ਤੋਂ ਬਾਅਦ ਵੀ ਉਹਨੂੰ ਅਸੀਂ ਮਧਾਣੀ ਮਾਰਦੇ ਰਹੀਏ ਤੇ ਮੱਖਣ ਵੀ ਸਾਰਾ ਵਿੱਚ ਹੀ ਰਲ ਜਾਏ। ਸੰਭਾਲਣ ਦੀ ਜਾਂਚ ਵੀ ਆਣੀ ਚਾਹੀਦੀ ਹੈ। ਇਸ ਢੰਗ ਨਾਲ ਕੀਤੀ ਹੋਈ ਪਰਮੇਸ਼ਰ ਦੀ ਯਾਦ, ਉਹਦਾ ਸਿਮਰਨ, ਉਹਦਾ ਚਿੰਤਨ ਕੁਝ ਸਮੇਂ ਬਾਅਦ ਸਾਡੇ ਅੰਦਰ ਸਦੀਵੀ ਪੱਕਾ ਹੋ ਜਾਂਦਾ ਹੈ, ਹਿਰਦੇ ਵਿੱਚ ਜਾ ਟਿਕਦਾ ਹੈ। ਤਾਂ ਫਿਰ ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਹਿਰਦਾ ਨਾਮ ਵਸਾਇਓ, ਘਰ ਬੈਠਾ ਗੁਰੂ ਧਿਆਇਓ। ਹਿਰਦਾ ਨਾਮ ਵਸਾਇਓ, ਘਰ ਬੈਠਾ ਗੁਰੂ ਧਿਆਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਇਹ ਗੱਲਾਂ ਸਮਝਾਈਆਂ ਹਨ। ਕਹਿੰਦੇ ਨੇ ਹਿਰਦੇ ਏਕੋ ਨਾਮ ਵਸੇ, ਹਉਮੈ ਦੁਬਦਾ ਮਾਰ। ਜੇ ਹਉਮੈ ਮਾਰ ਕੇ, ਦੁਬਦਾ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਜੁੜਿਆ ਜਾਵੇ ਤਾਂ ਇਹ ਸਾਡੀ ਯਾਦ ਦਾ ਹਿੱਸਾ ਬਣਦਾ ਹੈ। ਜਦੋਂ ਮਨ ਤਨ ਉਹਦੀ ਯਾਦ ਵਿੱਚ ਰਚ ਜਾਂਦੇ ਹਨ, ਫਿਰ ਮਨ ਦੀ ਤੇ ਤਨ ਦੀ ਮੈਲ ਦੂਰ ਹੁੰਦੀ ਹੈ। ਨਾਮ ਦਾ ਰਸ ਆਉਂਦਾ ਹੈ, ਸਵਾਦ ਆਉਂਦਾ ਹੈ। ਬਾਣੀ ਪੜ੍ਹਨ ਦਾ ਵੀ ਸਵਾਦ ਆਉਂਦਾ ਹੈ, ਬਾਣੀ ਸੁਣਨ ਦਾ ਵੀ ਸਵਾਦ ਆਉਂਦਾ ਹੈ, ਕੀਰਤਨ ਕਰਨ ਦਾ ਵੀ ਸਵਾਦ ਆਉਂਦਾ ਹੈ, ਕੀਰਤਨ ਸੁਣਨ ਦਾ ਵੀ ਸਵਾਦ ਆਉਂਦਾ ਹੈ, ਵਾਹਿਗੁਰੂ ਕਹਿਣ ਵਿੱਚ ਵੀ ਆਨੰਦ ਆਉਂਦਾ ਹੈ। ਔਰ ਵਾਹਿਗੁਰੂ ਕਹਿੰਦੇ ਆ ਵਾਹਿਗੁਰੂ ਦੇ ਗੁਣਾਂ ਦੀ ਮਿੱਠੀ ਮਿੱਠੀ ਯਾਦ ਵੀ ਅੰਦਰ ਘਰ ਕਰ ਜਾਂਦੀ ਹੈ। ਵਾਹਿਗੁਰੂ ਕਹਿੰਦਿਆਂ ਉਹਦੇ ਗੁਣ ਵੀ ਸਾਡੇ ਅੰਦਰ ਆ ਵਸਦੇ ਹਨ। ਜਦੋਂ ਇਹ ਮੈਲ ਦੂਰ ਹੋ ਜਾਂਦੀ ਹੈ, ਮਨ ਤਨ ਪਵਿੱਤਰ ਹੋ ਜਾਂਦਾ ਹੈ, ਫਿਰ ਇਨਸਾਨ ਇਉਂ ਕਹਿ ਲਈਏ ਨਾਮ ਰਸ ਦਾ ਰੂਪ ਬਣ ਜਾਂਦਾ, ਅੰਦਰੋਂ ਰਸ ਆਉਂਦਾ ਹੈ। ਜਿਵੇਂ ਅਸੀਂ ਕੋਈ ਚੀਜ਼ 'ਚ ਖਾਂਦੇ ਹਾਂ, ਸਵਾਦ ਆਉਂਦਾ ਹੈ, ਅਸੀਂ ਕਹਿੰਦੇ ਬੜੀ ਸਵਾਦ ਹੈ। ਅੰਬ ਚੂਪਦੇ ਹਾਂ, ਅੰਬ ਚੂਪ ਕੇ ਦੇਖੋ, ਇੱਕੋ ਇੱਕ ਫਲ ਹੈ ਜਿਹੜਾ ਇਨਸਾਨ ਬਾਰ-ਬਾਰ ਮੂੰਹ ਵਿੱਚ ਪਾਉਂਦਾ ਤੇ ਬਾਰ-ਬਾਰ ਕੱਢ ਲੈਂਦਾ ਹੈ। ਅੰਬ ਦੀ ਗੁਟਲੀ ਨੂੰ ਦੇਖੋ, ਗਿਟਕ ਨੂੰ ਦੇਖੋ, ਕੋਈ ਚੰਗੀ ਗੱਲ ਨਹੀਂ ਹੁੰਦੀ ਕਿ ਇਨਸਾਨ ਮੂੰਹ 'ਚ ਪਾਵੇ, ਕੱਢ ਲਵੇ। ਸਮਾਜ ਵਿੱਚ ਉਹਨੂੰ ਚੰਗਾ ਨਹੀਂ ਗਿਣਦੇ। ਲੇਕਿਨ ਇੱਕ ਅੰਬ ਦੀ ਗਿਟਕ ਐਸੀ ਚੀਜ਼ ਹੈ, ਜਦ ਤੱਕ ਉਹ ਪੂਰੀ ਤਰ੍ਹਾਂ ਪੂਛਾਂ ਉਹਦੀਆਂ ਪੀਲੇ ਤੋਂ ਚਿੱਟੀਆਂ ਨਹੀਂ ਹੋ ਜਾਂਦੀਆਂ, ਉਹ ਅੰਬ ਦੀ ਗਿਟਕ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਰਸ ਆਉਂਦਾ ਹੈ, ਸਵਾਦ ਆਉਂਦਾ ਹੈ। ਬਸ ਇਹੋ ਹੀ ਰਸ ਹੈ ਨਾਮ ਦਾ, ਇਹੋ ਹੀ ਰਸ ਹੈ ਉਸ ਵਾਹਿਗੁਰੂ ਦੀ ਯਾਦ ਦਾ। ਛੱਡਣ ਨੂੰ ਚਿੱਤ ਕਰਦਾ ਹੀ ਨਹੀਂ। ਜਿਵੇਂ ਜਿਵੇਂ ਰਸ ਆਉਂਦਾ ਹੈ, ਫਿਰ ਤਾਂ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਗੱਲ ਬਣ ਜਾਂਦੀ ਹੈ। ਉਸ ਪਰਮੇਸ਼ਰ ਦੀ ਯਾਦ ਹਰ ਵੇਲੇ ਦੇ ਮਨ ਬਲ ਕਰਕੇ, ਬੋਲਾਂ ਕਰਕੇ, ਕਰਮਾਂ ਕਰਕੇ ਦੇ ਅੰਦਰ ਆ ਜਾਂਦੀ ਹੈ। ਰੋਮ ਰੋਮ ਹਰ ਉਚਰੇ, ਖਿਨ ਖਿਨ ਹਰ ਸੋਈ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਕਿ ਬੰਦਾ ਹਮੇਸ਼ਾ ਹਰ ਵੇਲੇ ਉਹਦੀ ਯਾਦ ਵਿੱਚ ਰਮਿਆ ਰਹਿੰਦਾ, ਆਨੰਦ ਲੈਂਦਾ ਹੈ। ਇਹ ਰੋਮ ਰੋਮ ਨਾਮ ਦੇ ਰਸ ਦੀ ਇੱਕ ਰੂਪਤਾ ਹੈ, ਜਿਹੜਾ ਰੋਮ ਰੋਮ ਕਹਿਣਾ। ਇਹੋ ਹੀ ਹੈ ਜਿੱਥੇ ਨਾਮ ਪ੍ਰਫੁੱਲਤ ਹੁੰਦਾ ਹੈ। ਜਿਵੇਂ ਇੱਕ ਦੋ ਜੀਭੋਂ ਲੱਖ ਹੋਏ, ਲੱਖ ਹੋਏ, ਲੱਖ 20 ਦੀ ਗੱਲ ਕੀਤੀ ਵੀ ਇੰਨੀਆਂ ਰਸਨਾਂ ਵੀ ਹੋਣ, ਉਹ ਗੁਣਾ ਗਾਉਂਦੀਆਂ ਰਹਿਣ, ਤਾਂ ਵੀ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਜਦੋਂ ਅਸੀਂ ਜ਼ਬਾਨ ਤੋਂ, ਰੋਮ ਰੋਮ ਤੋਂ ਇਹ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕਈ ਗੁਣਾ ਹੋ ਕੇ ਸਾਨੂੰ ਉਹ ਆਨੰਦ ਬਖਸ਼ ਦਿੰਦਾ ਹੈ। ਕਈ ਗੁਣਾ ਹੋ ਕੇ ਅੰਦਰ ਆਨੰਦ ਰਸ ਬਖਸ਼ਦਾ ਹੈ। ਤੋ ਨਾਮ ਰਸ ਰੂਪੀ ਪ੍ਰਤੀਤੀ ਸਿਰਫ ਸਰੀਰ ਵਿੱਚ ਨਹੀਂ ਹੁੰਦੀ।
ਇਹ ਸਰੀਰ ਵਿੱਚ ਹੀ ਨਹੀਂ ਅਟਕਦੀ, ਕੇਵਲ ਉੱਪਰ ਉੱਪਰ ਨਹੀਂ ਹੈ। ਇਹ ਤਾਂ ਫਿਰ ਚਾਰੇ ਚਫੇਰੇ ਹੀ ਪਰਮੇਸ਼ਰ ਦੀ ਹੋਂਦ ਨਜ਼ਰ ਆਉਂਦੀ ਹੈ। ਨਾਮ ਰਸ ਭਰਪੂਰ ਸਾਡੇ ਅੰਦਰ ਜਦੋਂ ਵਸਦਾ, ਰਸ ਬਖਸ਼ਦਾ, ਆਨੰਦ ਬਖਸ਼ਦਾ, ਤਾਂ ਪਰਮੇਸ਼ਰ ਦੀ ਵਿਆਪਕਤਾ ਦਾ ਅਹਿਸਾਸ ਹੁੰਦਾ ਹੈ। ਜਿੱਧਰ ਵੀ ਨਜ਼ਰ ਜਾਂਦੀ ਹੈ ਸੁੰਦਰਤਾ, ਉਹਦਾ ਰਸ, ਉਹਦਾ ਪ੍ਰਭਾਵ, ਉਸ ਮਾਲਕ ਦੀ ਹੋਂਦ ਮਹਿਸੂਸ ਹੁੰਦੀ ਹੈ। ਫਿਰ ਤਾਂ ਬੰਤਿਨ ਪਰਬਤ ਮੌਲਿਆ ਅਸੀਂ ਜਿਹੜੀ ਗੱਲ ਕਰਦੇ ਹਾਂ, ਉਹਦਾ ਖੇੜਾ, ਉਹਦਾ ਖੜਾਓ ਹਰ ਪਾਸੇ ਨਜ਼ਰ ਆਉਂਦਾ ਹੈ। ਫਿਰ ਤਾਂ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ, ਪੌਣ ਪਾਣੀ ਬਹਿ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੇ ਰਾਮ। ਬਿਹਾਗੜਾ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ। ਫਿਰ ਤਾਂ ਧਰਤੀ ਤੇ, ਪਤਾਲ ਤੇ, ਆਕਾਸ਼ ਤੇ, ਭਾਵ ਸਭ ਹਰ ਪਾਸੇ ਸਭ ਤੈਨੂੰ ਧਿਆਉਂਦੇ ਹਨ। ਇਹ ਵੀ ਤੇਰੀ ਯਾਦ ਵਿੱਚ ਜੁੜੇ ਹੋਏ ਹਨ। ਯਾਦ ਦਾ ਮਤਲਬ ਡਿਸਿਪਲਿਨ ਵਿੱਚ ਰਹਿਣਾ। ਇਹ ਵੀ ਤੇਰੇ ਹੁਕਮ ਵਿੱਚ ਹਨ। ਜਿਵੇਂ ਜਿਵੇਂ ਇਸ ਅਵਸਥਾ ਤੋਂ ਅਸੀਂ ਪਾਰ ਕਰਦੇ ਹਾਂ, ਫਿਰ ਤਾਂ ਇਉਂ ਹੈ ਵੀ ਪਰਮੇਸ਼ਰ ਸਾਡੀ ਬਾਂਹ ਫੜ ਕੇ ਸਾਨੂੰ ਆਪਣੇ ਘਰ ਵਿੱਚ ਲਿਜਾਣ ਲਈ ਤਿਆਰੀ ਕਰ ਲੈਂਦਾ ਹੈ। ਇੰਨੀ ਨੇੜਤਾ ਜਿਹਦੇ ਨਾਲ ਸਾਡੀ ਨੇੜਤਾ ਹੋਵੇ ਨਾ। ਕਈ ਵਾਰੀ ਅਸੀਂ ਕਹਿੰਦੇ ਚੱਲ ਉੱਠ, ਬਾਂਹ ਤੋਂ ਫੜ ਕੇ ਚੱਲ ਚਲੀਏ, ਤੂੰ ਮੇਰੇ ਘਰ ਚੱਲ। ਬਸ ਇਹੋ ਹੀ ਹੈ, ਬਾਂਹ ਪਕੜ ਠਾਕੁਰ ਹੂੰ ਕਿੱਦੀ ਵਾਲੀ ਗੱਲ ਹੈ ਵੀ ਬਾਂਹ ਤੋਂ ਫੜ ਲਿਆ ਠਾਕੁਰ ਨੇ, ਮਾਲਕ ਨੇ। ਫਿਰ ਤਾਂ ਇਹੋ ਹੀ ਗੱਲ ਹੈ, ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਇਹ ਡੁੱਬਦੇ ਹੋਏ ਸੰਸਾਰ ਤੋਂ ਗੁਰੂ ਸਾਨੂੰ ਪਾਰ ਕਰ ਦਿੰਦਾ। ਫਿਰ ਤਾਂ ਨਾਨਕ ਨਦਰੀ, ਨਦਰ ਨਿਹਾਲ ਦੀ ਗੱਲ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਵਿੱਚ ਆ ਜਾਂਦੀ ਹੈ। ਫਿਰ ਨਦਰ ਨਿਹਾਲ 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 ਦੀ ਅਵਸਥਾ ਬਣ ਜਾਂਦੀ ਹੈ। ਇਹ ਸਿਮਰਨ ਦੀ ਖਾਸੀਅਤ ਹੈ। ਜਿਵੇਂ ਜਿਵੇਂ ਅਸੀਂ ਉਹਨੂੰ ਯਾਦ ਕਰਦੇ ਹਾਂ, ਤਿਵੇਂ ਤਿਵੇਂ ਉਹ ਸਾਡਾ ਨੇੜਤਾ ਉਹਦੀ ਬਣਦੀ ਜਾਂਦੀ ਹੈ। ਵਿਦਵਾਨਾਂ ਨੇ ਨਾਮ ਜਪਣ ਦੇ ਇਸ ਢੰਗ ਬਾਰੇ ਹੋਰ ਵੀ ਚੀਜ਼ਾਂ ਲਿਖੀਆਂ ਹਨ। ਕਹਿੰਦੇ ਨੇ ਪਹਿਲਾਂ ਬੋਲਣਾ, ਜਪ ਨੂੰ ਬੋਲਣਾ, ਐਸਾ ਬੋਲਣਾ ਸਾਨੂੰ ਸੁਣੇ ਜੋ ਬਾਹਰ ਨਹੀਂ ਸੁਣ, ਜਿਹੜਾ ਤੁਹਾਨੂੰ ਆਪਣੇ ਜ਼ਬਾਨ ਨਾਲ ਬੋਲਣਾ ਤੇ ਕੰਨਾਂ ਨਾਲ ਸੁਣਨਾ। ਫਿਰ ਉਹਦਾ ਉਚਾਰਨ ਕਰਨਾ, ਬਾਰ-ਬਾਰ ਉਹਦਾ ਉਚਾਰਨ ਕਰਨਾ, ਉਹਨੂੰ ਯਾਦ ਕਰਨਾ। ਜਪ ਕਰਨ ਦਾ ਭਾਵ ਰਟਨ ਮਾਤਰ ਨਹੀਂ ਹੈ, ਖਿਆਲ ਕਰਨਾ। ਆਮ ਤੌਰ ਤੇ ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਵੀ ਵਾਹਿਗੁਰੂ 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 ਕਰੀ ਜਾਣਾ, ਤੋਤਾ ਰਟਣੀ ਹੈ। ਮੈਂ ਬੇਨਤੀ ਕਰਾਂ, ਜਪ ਕਰਨ ਦਾ ਭਾਵ ਬਿਲਕੁਲ ਤੋਤਾ ਰਟਣੀ ਨਹੀਂ ਹੈ। ਕੋਈ ਮੂਲ ਮੰਤਰ ਕਰ ਰਿਹਾ ਹੋਵੇ, ਕੋਈ ਗੁਰਮੰਤਰ ਕਰ ਰਿਹਾ ਹੋਵੇ, ਕੋਈ ਬਾਣੀ ਪੜ੍ਹ ਰਿਹਾ ਹੋਵੇ, ਕੋਈ ਸ਼ਬਦ ਗਾਇਨ ਕਰ ਰਿਹਾ ਹੋਵੇ, ਬਾਰ-ਬਾਰ ਗਾਇਨ ਕਰਕੇ ਉਹਦੀ ਜਸ ਗਾ ਰਿਹਾ ਹੋਵੇ, ਕੋਈ ਤੋਤਾ ਰਟਣੀ ਨਹੀਂ ਹੈ। ਕਿਉਂਕਿ ਇਹ ਕੋਈ ਨਾਮ ਜਪਣ ਦੀ ਆਵਾਜ਼ ਕਿਸੇ ਮਸ਼ੀਨ ਵਿੱਚੋਂ ਨਹੀਂ ਆਉਂਦੀ, ਇਹ ਸਰੀਰ ਵਿੱਚੋਂ ਆਉਂਦੀ ਹੈ। ਜਿਵੇਂ ਮਸ਼ੀਨ ਹੁੰਦੀ ਹੈ, ਮਸ਼ੀਨ ਤਾਂ ਨਿਰਜਿੰਦ ਹੈ, ਪਰ ਇਨਸਾਨ ਜਿਹੜਾ ਹੈ ਉਹ ਸਜਿੰਦ ਹੈ, ਜਿੰਦ ਵਾਲਾ ਹੈ। ਜਪਣ ਵਾਲੇ ਦਾ ਧਿਆਨ ਜਪ ਕਰਦਿਆਂ, ਜਪ ਜਿਸ ਨੂੰ ਉਹ ਜਪਦਾ ਹੈ, ਜਿਸ ਨੂੰ ਉਹ ਯਾਦ ਕਰਦਾ, ਸੁਤੇ ਸੁਧ ਉਹਦੇ ਵੱਲ ਜਾਣਾ ਚਾਹੀਦਾ ਹੈ। ਧਿਆਨ ਜਿਹੜਾ ਬਾਹਰ ਮੁਖੀ ਨਾ ਹੋਵੇ, ਸੁਤੇ ਸੁਤ ਆਪਣੇ ਆਪ ਵਾਹਿਗੁਰੂ 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 ਬੇਅੰਤ ਹੈ। ਕਿਉਂ? ਤੇਰੀ ਕੁਦਰਤ ਬੇਅੰਤ ਹੈ, ਤੂੰ ਬੇਅੰਤ ਹੈ। ਤੇਰੀ ਧਰਤੀ ਆਕਾਸ਼ ਪਤਾਲ ਤੇਰੇ ਸਾਜੇ ਹੋਏ ਬੇਅੰਤ ਹਨ, ਜੀਵ ਜੰਤੂ ਬੇਅੰਤ ਹਨ। ਤੂੰ ਇੰਨੀਆਂ ਦਾਤਾਂ ਦਿੱਤੀਆਂ, ਤੂੰ ਬੇਅੰਤ ਹੈ। ਇਹ ਧਿਆਨ ਸਾਡਾ ਉਹਦੇ ਗੁਣਾਂ ਵੱਲ ਜਾਵੇ। ਜਿਵੇਂ ਜਿਵੇਂ ਸਾਡਾ ਧਿਆਨ ਉਹਦੇ ਗੁਣਾਂ ਵੱਲ ਚਲਾ ਜਾਏਗਾ, ਤਿਵੇਂ ਤਿਵੇਂ ਹੀ ਅਸੀਂ ਉਹਦੇ ਨੇੜੇ ਹੁੰਦੇ ਜਾਂਦੇ ਹਾਂ। ਜੇ ਮਨ ਦੌੜੇ, ਮਨ ਮੁੜੇ, ਮਨ ਮੂੰਹ ਮੋੜੇ, ਤਾਂ ਫਿਰ ਗੁਰੂ ਪਾਤਸ਼ਾਹ ਸਿੱਧ ਗੋਸ਼ਟੀ ਕਹਿੰਦੇ ਧਾਵਤ ਵਰਜ ਰਹਾਏ। ਦੌੜਦੇ ਹੋਏ ਮਨ ਨੂੰ ਰੋਕਣਾ ਵੀ ਸਾਡਾ ਕੰਮ ਹੈ, ਅਸੀਂ ਉਹਨੂੰ ਰੋਕਣਾ ਵੀ ਹੈ। ਜਿਵੇਂ ਘੋੜਾ ਅੜ ਕੇ ਖੜਾ ਹੋ ਜਾਏ ਤੇ ਘੋੜੇ ਤੋਂ ਹਿੱਚੇ ਤੋਂ ਪ੍ਰੇਮ ਕੇ ਚਾਬਕ ਮਾਰੋ, ਫਿਰ ਪ੍ਰੇਮ ਦੇ ਚਾਬਕ ਮਾਰ ਕੇ ਉਹਨੂੰ ਕਾਬੂ ਵਿੱਚ ਲੈ ਕੇ ਆਉਣਾ, ਮਨ ਨੂੰ ਫਿਰ ਵਾਪਸ ਲਿਆਉਣਾ। ਕਿ ਮਨ ਦਾ ਸੁਭਾਅ ਹੈ, ਮਨ ਨੂੰ ਬਾਰ-ਬਾਰ ਵਰਜ ਕੇ, ਬਾਰ-ਬਾਰ ਮੋੜ ਕੇ, ਬਾਰ-ਬਾਰ ਉਧਰ ਨੂੰ ਲਿਜਾ ਕੇ, ਉਧਰ ਮੋੜ ਕੇ ਫਿਰ ਉਹਦੀ ਯਾਦ ਵਿੱਚ ਜੁੜਨਾ। ਇਸ ਲਈ ਜਿਹੜੀਆਂ ਕੁਝ ਗੱਲਾਂ ਹੋਰ ਨਾਮ ਜਪਣ ਵਾਲੇ ਅਭਿਆਸੀਆਂ ਦੀਆਂ ਲਿਖੀਆਂ ਹੋਈਆਂ ਹਨ, ਉਹ ਵੀ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਸਮਝਦਾ ਹਾਂ। ਇਸ ਤੋਂ
ਕਿ ਅਗਲਾ ਟੌਪਿਕ ਆਪਾਂ ਸ਼ੁਰੂ ਕਰੀਏ। ਇਹ ਗੱਲਾਂ ਨੂੰ ਬੜੀਆਂ ਕੰਮ ਦੀਆਂ ਜ਼ਰੂਰੀ ਚੀਜ਼ਾਂ ਹਨ। ਕਹਿੰਦੇ ਨੇ ਨਾਮ ਧਿਆਨ ਨੂੰ ਜੋੜਨ ਦਾ ਵਸੀਲਾ ਨਾਮ ਦਾ ਜਪ ਹੈ। ਬਾਰ-ਬਾਰ ਜਾਂਦਾ ਨਾਮ ਦੀ ਪਰਿਭਾਸ਼ਾ ਛੂਟੀ ਨਹੀਂ ਹੈ। ਫਿਰ ਮੈਂ ਬੇਨਤੀ ਕਰਦਾ, ਨਾਮ ਕੇਵਲ ਵਾਹਿਗੁਰੂ ਨੂੰ ਨਹੀਂ ਕਹਿੰਦੇ, ਨਾਮ ਉਸ ਪਰਮੇਸ਼ਰ ਦੀ ਯਾਦ ਨੂੰ ਕਹਿੰਦੇ ਹਨ। ਨਾਮ ਦਾ ਸਿਮਰਨ ਹੈ, ਉਹਦੀ ਯਾਦ ਹੈ, ਜਿਸ ਨੂੰ ਅਸੀਂ ਚੇਤੇ ਵਾਲੀ ਸ਼ਕਤੀ ਕਹਿ ਲਈਏ, ਸੁਰਤ ਕਹਿ ਲਈਏ, ਮਨ ਕਹਿ ਲਈਏ, ਜੋ ਮਰਜ਼ੀ ਅਸੀਂ ਨਾਮ ਦੇ ਦਈਏ, ਪਰ ਉਹਦੇ ਵਿੱਚ ਇਹਨੂੰ ਟਿਕਾਉਣਾ ਜਾਂ ਯਾਦ ਦਾ ਹਿੱਸਾ ਬਣਾਉਣਾ ਬੜਾ ਜ਼ਰੂਰੀ ਹੈ। ਅੰਦਰਲੇ ਨੇ ਬਾਹਰੋਂ ਅੰਦਰ ਨੂੰ ਜਿਹੜਾ ਸਾਡਾ ਧਿਆਨ ਜਿਹੜਾ ਅੰਦਰ ਵਸਦੇ ਪਰਮੇਸ਼ਰ ਵੱਲ ਨਹੀਂ ਜਾਂਦਾ, ਤੇ ਬਾਹਰੋਂ ਅੰਦਰ ਨੂੰ ਧਿਆਨ ਕਿਵੇਂ ਕਰਨਾ, ਅੰਤਰਮੁਖੀ ਕਿਵੇਂ ਹੋਣਾ, ਇਹ ਗੁਰੂ ਦਾ ਸ਼ਬਦ ਦੀ ਜਾਂਚ ਦੱਸਦਾ ਹੈ। ਗੁਰੂ ਦਾ ਸ਼ਬਦ ਹੀ ਸਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਕਿਵੇਂ ਭਟਕਦੇ ਹੋਏ ਬਾਹਰ ਅਮੋੜ ਮਨ ਨੂੰ ਮੋੜ ਕੇ ਕਿਵੇਂ ਅੰਦਰ ਲਿਆਉਣਾ ਹੈ। ਨਾਮ ਨੇ ਸਾਡੀ ਸੁਰਤ ਅੰਤਰਮੁਖੀ ਕਰਨੀ ਹੈ। ਨਾਮ ਨੇ ਸਾਡੀ ਸੁਰਤ ਅੰਤਰਮੁਖੀ ਕਰਨੀ ਹੈ। ਧਿਆਨ ਨੂੰ ਬਾਹਰਲੇ ਪਾਸੇ ਤੋਂ ਰੋਕ ਕੇ ਅੰਤਰਮੁਖੀ ਕਰਨਾ, ਇਹ ਸਾਡਾ ਪਹਿਲਾ ਕਦਮ ਹੈ। ਤੇ ਜਿਵੇਂ ਜਿਵੇਂ ਇਹ ਅੰਤਰਮੁਖੀ ਹੁੰਦਾ ਜਾਂਦਾ ਹੈ, ਤਿਵੇਂ ਤਿਵੇਂ ਸਾਨੂੰ ਉਹਦੇ ਪਰਮੇਸ਼ਰ ਦੀ ਨੇੜਤਾ ਦਾ ਅਹਿਸਾਸ ਜਿਹੜਾ ਹੁੰਦਾ ਜਾਂਦਾ ਹੈ। ਖੁਦਾਨਿਆਂ ਸਿਆਣਿਆਂ ਨੇ ਕੁਝ ਸ਼ਰਤਾਂ ਚੀਜ਼ਾਂ ਲਿਖੀਆਂ ਹਨ ਨਾਮ ਦੀ ਸਫਲਤਾ ਦੇ ਲਈ, ਕੁਝ ਚੀਜ਼ਾਂ ਵੀ ਵਰਣਨ ਕੀਤੀਆਂ ਹਨ। ਉਹਨਾਂ ਦਾ ਖਿਆਲ ਹੈ ਕਿ ਜਪ ਲਈ ਅਸਥਾਨ ਨਿਵੇਕਲਾ ਹੋਵੇ, ਭਾਵ ਸਵੱਛ ਹੋਵੇ। ਨਿਵੇਕਲੇ ਦਾ ਮਤਲਬ ਨਹੀਂ ਕੋਈ ਭੌਰਾ ਹੋਵੇ, ਕੋਈ ਕੋਠਾ ਹੋਵੇ। ਨਿਵੇਕਲੇ ਦਾ ਮਤਲਬ ਜਿੱਥੇ ਬਾਹਰ ਦਾ ਰੌਲਾ ਨਾ ਪੈਂਦਾ ਹੋਵੇ। ਨਿਵੇਕਲੇ ਦਾ ਮਤਲਬ ਇਹ ਹੈ, ਜਦੋਂ ਅਸੀਂ ਪਾਠ ਕਰਦੇ ਹਾਂ, ਜਿੱਥੇ ਸਾਨੂੰ ਬਾਣੀ ਪੜ੍ਹਦੇ ਹਾਂ, ਨਾਮ ਦੇ ਬਾਹਰ ਰੌਲਾ ਪੈਂਦਾ ਹੁੰਦਾ, ਡਿਸਟਰਬੈਂਸ ਹੁੰਦੀ ਹੈ। ਤੁਸੀਂ ਇੱਥੇ ਵੀ ਦੇਖਿਆ ਹੋਵੇਗਾ, ਕਈ ਵਾਰੀ ਵਿਚਾਰ ਕਰਦਿਆਂ ਕਰਦਿਆਂ ਬਾਹਰੋਂ ਆਵਾਜ਼ ਐਂਬੂਲੈਂਸ ਦੀ ਆਉਂਦੀ ਹੈ ਤੇ ਧਿਆਨ ਟੁੱਟਦਾ ਹੈ। ਜਦੋਂ ਵੀ ਇਸ ਤਰ੍ਹਾਂ ਦਾ ਤੋਂ ਪਹਿਲੀ ਸ਼ਰਤ ਉਹਨਾਂ ਨੇ ਲਿਖੀ ਵੀ ਨਾਮ ਜਪਣ ਲਈ ਸਥਾਨ ਇੱਕ ਥੋੜਾ ਜਿਹਾ ਨਿਵੇਕਲਾ ਹੋਵੇ, ਸਵੱਛ ਹੋਵੇ। ਸਵੱਛ ਦਾ ਮਤਲਬ ਗੰਦਗੀ ਨਾ ਹੋਵੇ। ਫਿਰ ਸਰੀਰ ਇਸ਼ਨਾਨ ਜਾਂ 5 ਇਸ਼ਨਾਨਾਂ ਕਰਕੇ ਸਾਫ਼ ਸੁਥਰਾ ਹੋਵੇ। ਜੇ ਸਰੀਰ ਚੱਲ ਸਕੇ ਤਾਂ, ਜੇ ਸਰੀਰ ਨਹੀਂ ਮੰਨਦਾ ਤਾਂ ਇਹਦੀ ਕੋਈ ਪਾਬੰਦੀ ਨਹੀਂ ਹੈ। ਪਰ ਗੁਰੂ ਕੇ ਸਿੱਖ ਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ ਹਦਾਇਤ ਹੈ। ਇਸ਼ਨਾਨ ਕਰਕੇ ਸਵੱਛ ਹੋਣਾ, ਤਾਂ ਕਿ ਰਾਤ ਦੀ ਨੀਂਦ ਦੇ ਵਿੱਚੋਂ ਇਨਸਾਨ ਚੰਗੀ ਤਰ੍ਹਾਂ ਚੁਸਤ ਹੋ ਜਾਏ ਤੇ ਨਾਮ ਬਾਣੀ ਦੇ ਅਭਿਆਸ ਵਿੱਚ ਜੁੜ ਸਕੇ। ਫਿਰ ਕਹਿੰਦੇ ਜੋ ਵਿਦਵਾਨਾਂ ਨੇ ਗੱਲਾਂ ਲਿਖੀਆਂ ਹਨ, ਕਹਿੰਦੇ ਨੇ ਹੋਰ ਗੱਲਾਂ ਬਾਤਾਂ ਵੱਲੋਂ ਪਾਠ ਜਪ ਵੇਲੇ ਚੁੱਪ ਹੋਵੇ। ਭਾਵ ਇਹ ਨਹੀਂ ਅੰਦਰ ਦੂਜਾ ਅਸੀਂ ਗੱਲ ਇਸ ਪਾਸੇ ਪਾਠ ਕਰਦੇ ਹਾਂ, ਦੂਜੇ ਪਾਸੇ ਅਸੀਂ ਦੁੱਧ ਵੇਖੀ, ਫਲਾਣਾ ਦੇਖੀ ਜਾਂ ਸਬਜ਼ੀ ਦੇਖੀ, ਅਸੀਂ ਉਹ ਗੱਲਾਂ ਇਸ ਤਰ੍ਹਾਂ ਦੇ ਕੰਮ ਕਰਦੇ, ਘਰ ਦੇ ਕੰਮ ਧੰਦਿਆਂ ਦਾ ਹੀ ਸਾਡਾ ਧਿਆਨ ਜਿਹੜਾ ਜੁੜਿਆ ਹੋਵੇ, ਤਾਂ ਇਹ ਗੱਲ ਕੋਈ ਸਾਨੂੰ ਪਰਮੇਸ਼ਰ ਦੇ ਨਾਲ ਨੇੜਤਾ ਨਹੀਂ ਬਣਾਉਂਦੀ। ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਸਾਡੀ ਇਕਾਗਰਤਾ ਦਾ ਹੋਣਾ ਬੜਾ ਹੀ ਜ਼ਰੂਰੀ ਹੈ। ਜੋ ਬਾਣੀ ਦਾ ਪਾਠ, ਮੂਲ ਮੰਤਰ ਜਾਂ ਜਪ ਜਾਂ ਵਾਹਿਗੁਰੂ ਕਹਿਣਾ, ਉਸ ਦਾ ਭਾਵ ਸਮਝ ਆਉਂਦਾ ਹੋਵੇ ਤੇ ਉਹਦੇ ਵਿੱਚ ਸਾਡਾ ਪੂਰਾ ਭਰੋਸਾ ਤੇ ਯਕੀਨ ਹੋਵੇ। ਉਹਦਾ ਭਾਵ ਸਮਝ ਆਉਂਦਾ ਹੋਵੇ, ਭਰੋਸਾ ਹੋਵੇ ਤੇ ਯਕੀਨ ਹੋਵੇ। ਮਨ ਸਾਵਧਾਨ ਰਹੇ, ਮਨ ਬਿਲਕੁਲ ਸਾਵਧਾਨ ਰਹੇ। ਜੇ ਕਿਸੇ ਹੋਰ ਪਾਸੇ ਜਾਵੇ ਤਾਂ ਇਸ ਨੂੰ ਰੋਕ ਕੇ ਫਿਰ ਮੋੜ ਕੇ ਸ਼ਬਦ ਦੇ ਨਾਲ ਅੰਦਰ ਨੂੰ ਲਿਆਉਣਾ। ਕਹਿੰਦੇ ਨਿਤਾ ਪ੍ਰਤੀ ਅਭਿਆਸ ਕੀਤਾ ਜਾਵੇ। ਨਿਤਾ ਪ੍ਰਤੀ, ਇਸੇ ਕਰਕੇ ਰੋਜ਼ ਨਿਤਨੇਮ ਦਾ ਪਾਠ ਤੇ ਬਾਣੀ ਪੜ੍ਹਨ ਦੀ ਗੱਲ ਕੀਤੀ ਗਈ ਹੈ। ਨਿਤਾ ਪ੍ਰਤੀ ਅਭਿਆਸ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਰੋਜ਼ ਪਾਠ ਕਰਨ ਦਾ ਕੀ ਫਾਇਦਾ, ਇੱਕੋ ਪਾਠ ਕਰਨ ਦਾ ਕੀ ਫਾਇਦਾ। ਇਹ ਮਨ ਦੀ ਮੈਲ ਕਦੀ ਇੱਕ ਦਿਨ ਵਿੱਚ ਨਹੀਂ ਉਤਰਦੀ। ਖਿਆਲ ਕਰਨਾ, ਇਹ ਤਾਂ ਪਤਾ ਨਹੀਂ ਇੰਨਾ ਕੁਝ ਕਰਕੇ ਵੀ ਮਨ ਦੀ ਮੈਲ ਉਤਰਨੀ ਹੈ ਕਿ ਨਹੀਂ ਉਤਰਨੀ, ਕਿਉਂਕਿ ਇਹਨੂੰ ਜਨਮਾਂ ਜਮਾਂਤਰਾਂ ਦੇ ਕਾਲੇ ਸਿਆਹੀ ਜਿਹੜੀ ਲੱਗੀ ਹੋਈ ਹੈ, ਇਹ ਛੇਤੀ ਉਤਰਦੀ ਨਹੀਂ। ਥੋੜੀ ਜਿਹਾ ਗੰਦਾ ਹੋਵੇ ਕੱਪੜਾ, ਸਾਬਣ ਨਾਲ ਸਾਫ਼ ਹੋ ਜਾਂਦਾ, ਪਰ ਜੇ ਕੱਪੜੇ ਨੂੰ ਕਾਲਖ ਲੱਗੀ ਹੋਵੇ, ਕਾਲਾ ਤੇਲ ਲੱਗ ਜਾਏ, ਤਾਂ ਫਟਣ ਤੱਕ ਵੀ ਉਹ ਸਾਫ਼ ਨਹੀਂ ਹੁੰਦਾ। ਕਈ ਵਾਰੀ ਇਹੋ ਜਿਹੀ ਨੌਬਤ ਵੀ ਆਉਂਦੀ ਹੈ। ਤਾਂ ਇਹ ਗੱਲ ਜਿਹੜੀ ਅਸੀਂ ਕਰਨੀ ਵੀ ਰੋਜ਼ ਕਰਨ ਦਾ ਕੀ ਫਾਇਦਾ, ਬਿਨਾਂ ਰੋਜ਼ ਕਰਨ ਤੋਂ, ਬਿਨਾਂ ਰੋਜ਼ ਅਭਿਆਸ ਕਰਨ ਤੋਂ ਅਸੀਂ ਉਸ ਪਰਮੇਸ਼ਰ ਦਾ ਨੇੜਤਾ ਨਹੀਂ ਹਾਸਲ ਕਰ ਸਕਦੇ। ਸਭ ਤੋਂ ਚੰਗਾ ਵੇਲਾ ਅੰਮ੍ਰਿਤ ਵੇਲਾ ਹੈ। ਉਂਝ ਨਾਮ ਜਪਣ ਦਾ ਕੋਈ ਵੇਲਾ ਨਹੀਂ ਹੈ। ਮੈਂ ਫਿਰ ਬੇਨਤੀ ਕਰਾਂ, ਚੰਗਾ ਵੇਲਾ ਹੈ ਅੰਮ੍ਰਿਤ ਵੇਲਾ, ਜਦੋਂ ਮਨ ਦੀ ਬਿਰਤੀ ਇਕਾਗਰ ਹੁੰਦੀ ਹੈ। ਪਰ
ਨਾਮ ਜਪਣ ਦਾ ਕੋਈ ਸਮਾਂ ਨਹੀਂ ਹੈ। ਅਸੀਂ ਕਿਸੇ ਵੇਲੇ ਵੀ, ਕਿਸੇ ਟਾਈਮ ਵੀ, ਕਿਸੇ ਸਮੇਂ ਵੀ 24 ਆਵਰਸ ਵਿੱਚ ਜਦੋਂ ਮਰਜ਼ੀ ਉਸ ਦੇ ਧਿਆਨ ਵਿੱਚ ਜੁੜ ਸਕਦੇ ਹਾਂ। ਖਾਸ ਕਰਕੇ ਗ੍ਰਸਤੀਆਂ ਦੇ ਲਈ, ਕਿਉਂਕਿ ਸਿੱਖ ਧਰਮ ਗ੍ਰਸਤੀਆਂ ਦਾ ਧਰਮ ਹੈ। ਵੇਲ ਦੇ ਸਮੇਂ ਵਿੱਚ ਜਦੋਂ ਵੀ ਸਮਾਂ ਮਿਲੇ ਉਦੋਂ ਉਹਦੀ ਯਾਦ ਵਿੱਚ ਜੁੜਨਾ ਹੈ। ਉਹੀ ਸਮਾਂ ਉੱਤਮ ਹੈ, ਉਹੀ ਸਮਾਂ ਵਧੀਆ ਹੈ, ਜਦੋਂ ਵੀ ਸਮਾਂ ਮਿਲ ਜਾਏ। ਕਈ ਵਿਅਕਤੀਆਂ ਨੂੰ ਅਸੀਂ ਵੇਖਦੇ ਹਾਂ ਕਿ ਉਹ ਸਵੇਰੇ ਸ਼ਾਮ ਸੈਰ ਕਰਦੇ ਹੋਇਆ ਇਕਾਂਤ ਵੱਲ ਪਾਸੇ ਜਾ ਕੇ ਉਹਨਾਂ ਦਾ ਮਨ ਜਿਹੜਾ ਹੈ ਸਹਿਜੇ ਸਹਿਜੇ ਪਾਠ ਕਰਨ ਦੇ ਵਿੱਚ ਜ਼ਿਆਦਾ ਇਕਾਗਰ ਹੁੰਦਾ ਹੈ, ਜ਼ਿਆਦਾ ਸੁਖਦਾਈ ਤੇ ਰਹੱਸਮਈ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਤਾਂ ਇਹ ਕੋਈ ਗੁਨਾਹ ਨਹੀਂ ਹੈ ਵੀ ਕਈ ਵਾਰੀ ਅਸੀਂ ਕਹਿੰਦੇ ਤੁਰਦਿਆਂ ਫਿਰਦਿਆਂ ਕਿਉਂ ਪਾਠ ਕਰਦੇ ਹੋ। ਗੱਲ ਤਾਂ ਸਾਰੀ ਆਨੰਦ ਦੀ ਹੈ, ਜਿਸ ਵਿੱਚੋਂ ਰਸ ਆਉਂਦਾ ਹੋਵੇ। ਜੇ ਤੁਰਦਿਆਂ ਫਿਰਦਿਆਂ ਵੀ ਅਸੀਂ ਆਨੰਦ ਦਾ ਪਾਠ ਦਾ ਰਸ ਮਾਣਦੇ ਹਾਂ ਤਾਂ ਇਹ ਬਹੁਤ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਅਸੀਂ ਗੁਰੂ ਸਾਹਿਬ ਜੀ ਨੇ ਉਠਤ ਬੈਠਤ ਸੋਵਤ ਧਿਆਈਏ ਦੀ ਗੱਲ ਵੀ ਕੀਤੀ ਹੈ, ਅੱਗੇ ਮਾਰਗ ਚਲਤ ਦੀ ਗੱਲ ਵੀ ਕੀਤੀ ਹੈ, ਹਰੇ ਹਰ ਗਾਈਏ ਦੀ ਗੱਲ ਵੀ ਕੀਤੀ ਹੈ। ਤਾਂ ਇਹ ਗੱਲ ਸਿਰਫ ਆਪਣੇ ਸਰੀਰ ਦੀ ਲੋੜਾਂ ਦੇ ਉੱਤੇ ਡਿਪੈਂਡ ਕਰਦਾ ਹੈ। ਸਾਡੇ ਸਰੀਰ ਦਾ ਕੀ ਲੋੜਾਂ ਹਨ, ਕਿਸ ਤਰ੍ਹਾਂ ਦਾ ਸਾਡਾ ਸਰੀਰ ਹੈ। ਜੇ ਮਨ ਬੈਠਣ ਦੇ ਨਾਲੋਂ ਜੇ ਚਲਦਿਆਂ ਚਲਦਿਆਂ ਸੈਰ ਕਰਦਿਆਂ ਜ਼ਿਆਦਾ ਇਕਾਗਰਤਾ ਹੁੰਦੀ ਹੈ ਤਾਂ ਉਹਦੇ 'ਚ ਕੋਈ ਹਰਜ ਨਹੀਂ। ਸਾਨੂੰ ਉਹਦੇ ਵਿੱਚ ਜੁੜਨਾ ਚਾਹੀਦਾ, ਰਸ ਹੋਣਾ ਚਾਹੀਦਾ ਹੈ। ਸਾਰੇ ਸਰੀਰ ਇੱਕੋ ਜਿਹੇ ਨਹੀਂ ਹੁੰਦੇ। ਕਈ ਇਨਸਾਨ ਨੂੰ ਕਿ ਸੁਭਾਅ ਕਿਸੇ ਤਰ੍ਹਾਂ ਦਾ ਹੁੰਦਾ, ਕਿ ਕਿਸ ਤਰ੍ਹਾਂ ਦਾ ਹੁੰਦਾ। ਪਰ ਜਿਸ ਤਰ੍ਹਾਂ ਦਾ ਵੀ ਸਾਡੀ ਸੁਭਾਅ ਹੈ, ਜੇ ਸਾਨੂੰ ਜਿਸ ਤਰ੍ਹਾਂ ਦਾ ਵੀ ਸੂਟ ਕਰਦਾ ਹੈ, ਗੁਰੂ ਸਾਹਿਬ ਜੀ ਨੇ ਤੇ ਪਾਬੰਦੀ ਨਹੀਂ ਲਾ ਕੇ ਰੱਖੀ ਵੀ ਨਹੀਂ ਜੀ ਅਸੀਂ ਬੈਠ ਕੇ ਹੀ ਕੇਵਲ ਜਪ ਕਰ ਸਕਦੇ ਹਾਂ। ਗੱਲ ਤਾਂ ਸਾਰੀ ਇਹ ਹੈ ਵੀ ਜਿਹੜੇ ਉਹ ਸਾਰਾ ਦਿਨ ਮਿਹਨਤ ਕਰਦੇ ਹਨ, ਰੋਟੀ ਕਮਾਉਂਦੇ ਹਨ, ਸਾਰਾ ਦਿਨ ਮਜ਼ਦੂਰੀ ਵੀ ਕਰਦੇ ਹਨ, ਉਹ ਵਿਹਲੇ ਬੰਦੇ ਵਾਂਗੂ ਘਰ ਟਿਕ ਕੇ ਨਹੀਂ ਬੈਠ ਸਕਦੇ। ਤਾਂ ਉਹਨਾਂ ਲਈ ਕਿਰਤ ਵਿਰਤ ਵੀ ਜਿਹੜੀ ਸਿਮਰਨ ਹੈ, ਜੇ ਉਹ ਧਰਮ ਦੀ ਕਿਰਤ ਕਰਦੇ ਹਨ, ਜੋ ਆਪਣੇ ਇਮਾਨਦਾਰੀ ਨਾਲ ਆਪਣੇ ਕਿਰਤ ਕਰ ਰਹੇ ਹਨ, ਉਹਨਾਂ ਲਈ ਉਹ ਵੀ ਯਾਦ ਹੈ, ਕਿਉਂਕਿ ਉਹ ਜੀ ਉਹਨਾਂ ਨੂੰ ਕਰਤਾਰ ਚੇਤ ਆਉਂਦਾ ਹੈ। ਤਾਂ ਕੁਛ ਪਰਹੇਜ਼ ਹਨ ਨਾਮ ਸਿਮਰਨ ਦੇ ਵਿੱਚ ਜਿਹੜੇ ਜ਼ਰੂਰੀ ਹਨ। ਜਿਹੜੇ ਇੱਕ ਹੈ ਭੁੱਖ ਤੋਂ ਵੱਧ ਖਾਣਾ। ਸਵਾਦਾਂ ਵਿੱਚ ਅਸੀਂ ਕਈ ਵਾਰੀ ਵੱਧ ਖਾ ਜਾਂਦੇ ਹਾਂ, ਤੇ ਇਹ ਭੁੱਖ ਤੋਂ ਵੱਧ ਖਾਣਾ ਇਹ ਨਾਮ ਸਿਮਰਨ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਹਾਂ, ਸਰੀਰ ਦੀ ਭੁੱਖ ਮੁਤਾਬਕ, ਲੋੜ ਮੁਤਾਬਕ ਖਾਣਾ ਇਹ ਜ਼ਰੂਰੀ ਹੈ। ਜਿਉਂਦੇ ਰਹਿਣ ਲਈ ਖਾਣਾ, ਖਾਣ ਲਈ ਨਹੀਂ ਜਿਉਣਾ, ਜਿਉਣ ਲਈ ਖਾਣਾ ਹੈ। ਇਹ ਜ਼ਰੂਰੀ ਇੱਕ ਸਿਧਾਂਤ ਹੈ ਸਾਡਾ ਵੀ ਅਸੀਂ ਜੀਵਨ ਲਈ ਖਾਣਾ ਹੈ, ਨਾ ਕਿ ਅਸੀਂ ਖਾਣ ਲਈ ਜਿਉਣਾ ਹੈ। ਪਰ ਅਸੀਂ ਬਹੁਤੇ ਸਾਡੇ ਸੁਭਾਅ ਇਹੋ ਜਿਹੇ ਹਨ ਵੀ ਅਸੀਂ ਖਾਣ ਲਈ ਜਿਉਂਦੇ ਹਾਂ, ਨਾ ਕਿ ਜਿਉਣ ਲਈ ਖਾਂਦੇ ਹਾਂ। ਇਹ ਖਾਸ ਖਿਆਲ ਰੱਖਣ ਦੀ ਲੋੜ ਹੈ ਵੀ ਲੋੜ ਤੋਂ ਵੱਧ ਖਾਣਾ, ਲੋੜ ਤੋਂ ਵੱਧ ਸੌਣਾ, ਨੀਂਦ ਤੋਂ ਵੱਧ ਸੌਣਾ, ਆਲਸੀ ਰਹਿਣਾ, ਇਹ ਨਾਮ ਸਿਮਰਨ ਦੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਰੁਕਾਵਟਾਂ ਹਨ। ਪਹਿਲਾ, ਜਦੋਂ ਅਸੀਂ ਲੋੜ ਤੋਂ ਵੱਧ ਖਾਂਦੇ ਹਾਂ, ਫਿਰ ਅਸੀਂ ਲੋੜ ਤੋਂ ਵੱਧ ਸੌਂਦੇ ਹਾਂ। ਭਾਈ ਗੁਰਦਾਸ ਜੀ ਲਿਖਦੇ, ਹਉ ਤੇ ਸਕੂਲ ਕਮਾਇਆ, ਥੋੜਾ ਸੌਵੇਂ ਥੋੜਾ ਹੀ ਖਾਵੇ। ਥੋੜਾ ਸਮੇਂ ਦੀ ਗੱਲ ਉੱਥੇ ਵੀ ਹੋਈ ਹੈ। ਜਿੰਨੀ ਕਿ ਸਾਨੂੰ ਨੀਂਦ ਲੋੜ ਹੈ ਉਨੀ ਨੀਂਦ ਲੈਣੀ। ਇਹ ਨਹੀਂ ਪਹਿਲਾਂ ਰਾਤ 10 ਘੰਟੇ ਸੌਂ ਗਏ, ਫਿਰ ਦਿਨੇ 2-3 ਘੰਟੇ ਸੌਂ ਲਿਆ ਤੇ ਜ਼ਿੰਦਗੀ ਸਾਡੀ ਸੌਣ 'ਚ ਹੀ ਗੁਜ਼ਰ ਜਾਏ। ਆਲਸੀ ਨਹੀਂ ਹੋਣਾ, ਉਦਮੀ ਹੋਣਾ ਹੈ। ਆਲਸੀ ਵਿਅਕਤੀ ਬੰਦਗੀ ਨਹੀਂ ਕਰ ਸਕਦਾ, ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਸਰੀਰਕ ਲੋੜ ਨਾਲੋਂ ਜਿੰਨੀ ਕਿ ਸਰੀਰ ਦੀ ਲੋੜ ਆ, ਘੱਟ ਖਾਣਾ, ਘੱਟ ਸੌਣਾ, ਥੋੜਾ ਜਿਹਾ ਘੱਟ ਸੌਣਾ ਤੇ ਥੋੜਾ ਜਿਹਾ ਘੱਟ ਖਾਣਾ, ਇਹ ਜ਼ਿਆਦਾ ਲਾਹੇਵੰਦ ਹੈ ਜੇ ਅਸੀਂ ਸਿਮਰਨ ਦੇ ਵਿੱਚ ਜੁੜਨਾ ਹੈ। ਤਾਂ ਬਾਣੀ ਪਾਠ ਦੇ ਜਿਹੜੇ ਕਿਸ ਢੰਗ ਨਾਲ ਸਿਮਰਨ ਹੋ ਸਕਦਾ। ਬਾਣੀ ਦਾ ਪਾਠ, ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ, ਸੁਖਮਣੀ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ, ਇਹ ਸਾਰਾ ਜਪ ਹੈ, ਇਹ ਸਾਰਾ ਸਿਮਰਨ ਹੈ, ਸਾਰੀ ਯਾਦ ਹੈ। ਮੂਲ ਮੰਤਰ ਦਾ ਪਾਠ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਾਡਾ ਮੂਲ ਮੰਤਰ, ਇਹਦਾ ਪਾਠ, ਵਾਹਿਗੁਰੂ ਗੁਰੂ ਮੰਤਰ ਦਾ ਪਾਠ, ਇਹ ਕਿਸੇ ਤਰ੍ਹਾਂ ਵੀ ਅਸੀਂ ਯਾਦ ਕਰੀਏ, ਇਹ ਸਾਡਾ ਸਿਮਰਨ ਹੈ, ਸਾਡੀ ਯਾਦ ਹੈ। ਇਹ ਪਾਬੰਦੀ ਨਹੀਂ ਹੈ ਵੀ ਅਸੀਂ ਕੇਵਲ ਇਹ ਹੀ ਹੈ ਤੇ ਇਹਨੂੰ ਅਸੀਂ ਸਿਮਰਨ ਕਹਿੰਦੇ ਹਾਂ। ਜੇ ਅਸੀਂ ਵਾਹਿਗੁਰੂ ਨੂੰ ਸਿਮਰਨ ਕਹਿੰਦੇ ਹਾਂ, ਬਾਣੀ ਦੇ ਪਾਠ ਨੂੰ ਸਿਮਰਨ ਨਹੀਂ ਕਹਿੰਦੇ। ਗੁਰਮਤਿ ਇਹ ਗੱਲ ਜਿਹੜੀ ਹੈ ਇਹਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੀ। ਤਾਂ ਨਾਮ ਪਹਿਲਾਂ ਰਸਨਾ ਨਾਲ ਜਪਦੇ ਹਾਂ, ਜਿਸ ਨੂੰ ਅਸੀਂ ਜਪ ਕਹਿੰਦੇ ਹਾਂ। ਕੋਸ਼ਾਂ ਵਿੱਚ, ਡਿਕਸ਼ਨਰੀਆਂ ਵਿੱਚ ਜਪ ਦੇ ਅਰਥ ਚੁੱਪਚਾਪ ਪਾਠ ਕਰਨਾ ਵੀ ਹੈ,
ਪਰ ਵਰਤੋਂ ਵਿੱਚ ਜਪ ਰਸਨਾ ਨਾਲ, ਸਿਮਰਨ ਦਾ ਜਪ ਰਸਨਾ ਨਾਲ ਹੁੰਦਾ ਹੈ, ਤੇ ਸਿਮਰਨ ਦੇ ਮਨ ਨਾਲ ਜਪ ਕਰਨਾ ਹੈ। ਮਨ ਰਸਨਾ ਨਾਲ ਜਪਣਾ ਤੇ ਮਨ ਨੇ ਉਹਦਾ ਵਿਚਾਰ ਕਰਨਾ। ਸਾਡੀ ਜਿਹੜੀ ਸਿੱਖ ਧਰਮ ਦੀ ਫਿਲਾਸਫੀ ਹੈ ਉਹ ਚੁੱਪ ਕਰਕੇ ਸਮਾਧੀ ਲਾ ਕੇ ਜਪ ਕਰਨ ਵਾਲੀ ਨਹੀਂ, ਨਾ ਹੀ ਗਿਣਤੀਆਂ ਮਿਣਤੀਆਂ ਦੇ ਜਪ ਕਰਨ ਵਾਲਾ ਕੋਈ ਸਿਧਾਂਤ ਸਾਨੂੰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਜਦੋਂ ਅਸੀਂ ਰਸਨਾ ਨਾਲ ਜਪਦੇ ਹਾਂ, ਮਨ ਦੀ ਇਕਾਗਰਤਾ ਕਰਦੇ ਹਾਂ, ਇਹ ਨਾਮ ਸਾਡੇ ਅੰਦਰ ਜਾਂਦਾ, ਤੇ ਜਦੋਂ ਮਨ ਵੀ ਚਲਾ ਜਾਂਦਾ ਇਸ ਨੂੰ ਸਿਮਰਨ ਕਿਹਾ ਜਾਂਦਾ। ਸਿਮਰਨ ਦਾ ਅਰਥ ਹੈ ਚਿੰਤਨ ਦਾ ਹਿੱਸਾ ਬਣ ਜਾਣਾ, ਯਾਦ ਦਾ ਹਿੱਸਾ ਬਣ ਜਾਣਾ। ਸਿਮਰਨ ਦਾ ਮਤਲਬ ਇਹ ਹੈ, ਸਿਮਰਨ ਦਾ ਹੋਰ ਕੋਈ ਅਰਥ ਨਹੀਂ ਹੈ ਵੀ ਆਹ ਸ਼ਬਦ ਸਿਮਰਨ ਤੇ ਆਹ ਸਿਮਰਨ ਨਹੀਂ ਹੈ, ਵਾਹਿਗੁਰੂ ਸਿਮਰਨ ਹੈ ਤੇ ਬਾਣੀ ਸਿਮਰਨ ਨਹੀਂ, ਇਹਦਾ ਨਹੀਂ ਹੈ। ਸਿਮਰਨ ਦਾ ਅਰਥ ਹੈ ਚਿੰਤਨ ਦਾ ਹਿੱਸਾ ਬਣ ਜਾਣਾ, ਸਾਡੀ ਯਾਦ ਦਾ ਹਿੱਸਾ ਬਣ ਜਾਣਾ। ਜਦੋਂ ਇਹ ਭੁੱਲਦਾ ਨਹੀਂ, ਆਪੇ ਹੀ ਹੋਈ ਜਾਂਦਾ ਹੈ। ਸਰੀਰ ਦੇ ਵਿੱਚ ਉਸ ਸੰਗੀਤ ਦੇ ਨਜ਼ਾਰਿਆਂ ਵਾਂਗੂ ਆਵਾਜ਼ ਆਉਂਦੀ ਹੈ, ਸ਼ਬਦ ਗੂੰਜਦਾ ਹੈ, ਤੇ ਇਹਨੂੰ ਅਸੀਂ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਦੀ ਗੱਲ ਕਹਿੰਦੇ ਆ, ਜਿਹੜੀ 27ਵੀਂ ਪੌੜੀ ਵਿੱਚ ਸਿੱਧ ਗੋਸ਼ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਧਾ ਨਾਲ ਗੱਲ ਕਰਦਿਆਂ ਇਹ ਗੱਲ ਸਮਝਾਈ ਸੀ। ਗੁਰਮੁਖ ਦਾ ਸਿਮਰਨ ਕੀ ਹੈ? ਰੋਮ ਰੋਮ ਸਿਮਰਨ ਭਾਵ ਹਰ ਸਮੇਂ ਉਹਦੀ ਯਾਦ, ਉਹਦੇ ਚਿੰਤਨ ਦਾ ਹਿੱਸਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਜਦੋਂ ਇਹ ਯਾਦ ਬਣ ਜਾਂਦੀ ਹੈ, ਫਿਰ ਬੰਨ ਤਿੰਨ ਪਰਬਤ ਹੈ, ਪਾਰ ਬ੍ਰਹਮ ਦੀ ਅਵਸਥਾ ਸਾਡੀ ਜਿਹੜੀ ਹੈ ਉਹ ਬਣ ਜਾਂਦੀ ਹੈ। ਭਾਵ ਸਾਨੂੰ ਉਸ ਪਰਮੇਸ਼ਰ ਦੀ ਸਰਵ ਵਿਆਪਕ ਦਾ ਜਿਹੜਾ ਅਹਿਸਾਸ ਜਿਹੜਾ ਹੈ ਉਹ ਹੋ ਜਾਂਦਾ ਹੈ। ਇਹ ਕੁਝ ਚੀਜ਼ਾਂ ਐਸੀਆਂ ਜ਼ਰੂਰੀ ਹਨ ਜਿਹੜੀਆਂ ਨਾਮ ਸਿਮਰਨ ਦੇ ਰਸਤੇ ਵਿੱਚ ਸਾਡੇ ਲਈ ਬੜੀਆਂ ਲਾਭਦਾਇਕ ਹੋ ਸਕਦੀਆਂ, ਨਾਮ ਜਪਣ ਦੇ ਵਿੱਚ ਬੜਾ ਹੀ ਸਾਨੂੰ ਸਹਾਇਤਾ ਕਰਦੀਆਂ, ਜਿਹੜੀਆਂ ਵਿਦਵਾਨਾਂ ਨੇ ਆਪਣੇ ਤਜਰਬੇ ਤੋਂ ਲਿਖੀਆਂ ਹਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਸੇਧ ਬਖਸ਼ੀ ਹੈ। ਤਾਂ ਇਹ ਕੁਝ ਚੀਜ਼ਾਂ ਐਸੀਆਂ ਹਨ ਜਿਹੜੀਆਂ ਜ਼ਰੂਰੀ ਚੀਜ਼ਾਂ ਵਿਦਵਾਨਾਂ ਨੇ, ਨਾਮ ਅਭਿਆਸੀਆਂ ਨੇ ਜਾਂ ਦੂਜਿਆਂ ਨੇ ਜਿਨ੍ਹਾਂ ਨੇ ਇਸ ਸਬਜੈਕਟ ਦੇ ਉੱਤੇ ਹੋਰ ਖੋਜ ਕੀਤੀ ਹੈ, ਉਹਨਾਂ ਨੇ ਇਹ ਲਿਖਿਆ ਹੈ। ਤਾਂ ਇਹ ਤਾਂ ਹੁਣ ਗੱਲ ਹੋਈ ਜਿਹੜੀ ਸਿਮਰਨ ਦੇ ਅੰਗ ਕੀ ਸੀ, ਲੋੜ ਕੀ ਸੀ, ਉਹਦੇ ਕਿਵੇਂ ਕਰਨਾ, ਕਿਵੇਂ ਹੋਣਾ ਚਾਹੀਦਾ। ਹੁਣ ਅੱਗੇ ਸਵਾਲ ਆ ਗਿਆ, ਸਿਮਰਨ ਕਰਨਾ ਕਿਵੇਂ ਹੈ? ਇਹ ਥੋੜ੍ਹਾ ਜਿਹਾ ਵਿਚਾਰ ਕਰਨੀ ਵੀ ਬੜੀ ਜ਼ਰੂਰੀ ਹੈ। ਸਿਮਰਨ ਦੀਆਂ ਬਰਕਤਾਂ ਨੂੰ ਆਪਾਂ ਵਿਚਾਰ ਕਰਨ ਤੋਂ ਪਹਿਲਾਂ ਇਹ ਵਿਚਾਰ ਕਰਨੀ ਬੜੀ ਜ਼ਰੂਰੀ ਹੈ ਵੀ ਸਿਮਰਨ ਕਰਨਾ ਕਿਵੇਂ ਹੈ। ਬੜੀ ਖੂਬਸੂਰਤ ਉਦਾਹਰਨਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਿਮਰਨ ਦੀਆਂ ਬਰਕਤਾਂ ਤੇ ਹੋਰ ਲਿਖ ਕਿਤਾਬਾਂ ਵਿੱਚ ਦਿੱਤੀਆਂ ਹਨ, ਪੜ੍ਹਨ ਵਾਲੀਆਂ ਹਨ। ਪੜ੍ਹੋਗੇ ਜ਼ਿਆਦਾ ਆਨੰਦ ਆਏਗਾ। ਮੈਂ ਤਾਂ ਕੇਵਲ ਥੋੜ੍ਹਾ ਬਹੁਤਾ ਉਹਦੇ ਵਿੱਚੋਂ ਜੋ ਪੜ੍ਹਿਆ ਉਹੀ ਆਪ ਜੀ ਦੇ ਨਾਲ ਸਾਂਝਾ ਕਰਾਂਗਾ, ਕਿਉਂਕਿ ਸਿਮਰਨ ਕਰਨਾ ਕਿਵੇਂ ਹੈ, ਸਿਮਰਨ ਸਾਡਾ ਹੈ ਕੀ ਹੈ, ਗ੍ਰਸਤੀ ਦਾ ਸਿਮਰਨ ਕੀ ਹੈ, ਇਹ ਗੱਲਾਂ ਜਿਹੜੀਆਂ ਬੜੀਆਂ ਹੀ ਲਾਹੇਵੰਦ ਹਨ, ਜਿਹੜੀਆਂ ਸਾਡੇ ਕੋਲ ਮੰਗਦੀਆਂ ਹਨ। ਮਨੁੱਖ ਦੀ ਜੀਵਨ ਦੀ ਸ਼ੈਲੀ ਗ੍ਰਸਤੀ ਦੀ ਬੜੀ ਹੀ ਵਿਅਸਤ ਜੀਵਨ ਹੁੰਦਾ ਹੈ। ਆਪਣੇ ਜੀਵਨ ਦਾ ਨਿਰਵਾਹ ਕਰਨਾ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨੀ, ਦੁਨੀਆ ਦੀਆਂ ਜ਼ਿੰਮੇਵਾਰੀਆਂ। ਕਈ ਵਾਰੀ ਅਸੀਂ ਦੁਨੀਆ ਵਿੱਚ ਵਿਚਰਦੇ ਹੋਏ ਆਮ ਸੁਣੀਦੀ ਹੈ ਇਹ ਗੱਲ, ਜਦੋਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਤੋਂ ਬੰਦਾ ਅੱਕ ਜਾਂਦਾ ਹੈ, ਖਿਝ ਜਾਂਦਾ ਹੈ, ਤੇ ਉਹਨੂੰ ਗੱਲ ਕਰੀਏ ਸਿਮਰਨ ਦੀ ਜਾਂ ਗੁਰਦੁਆਰੇ ਜਾਣ ਦੀ, ਤਾਂ ਕਹਿੰਦਾ ਹੈ ਪਹਿਲਾਂ ਦੁਨੀਆ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਲੱਥ ਜਾਏ, ਇਹ ਧੰਦਿਆਂ ਦਾ ਭਾਰ ਸਿਰ ਤੋਂ ਲੱਥ ਜਾਏ, ਫਿਰ ਹੌਲੀ ਹੌਲੀ ਬੈਠ ਕੇ ਵਾਹਿਗੁਰੂ ਨੂੰ ਯਾਦ ਕਰਾਂਗੇ ਜਾਂ ਸਿਮਰਨ ਕਰਾਂਗੇ। ਇਹ ਬੜਾ ਵੱਡਾ ਭੁਲੇਖਾ ਹੈ, ਇਹ ਬਹੁਤ ਵੱਡਾ ਭੁਲੇਖਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਜਗਤ ਦੀਆਂ, ਸੰਸਾਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੀ ਮਨੁੱਖ ਨੂੰ ਇੱਕ ਵਧੀਆ ਜੀਵਨ ਜਿਉਣ ਦੀ, ਸਾਵਾਂ ਜੀਵਨ ਜਿਉਣ ਦੀ ਜਾਚ ਦੱਸਦਾ ਹੈ। ਜੇ ਖਾਲੀ ਛੱਡ ਦਿਓ ਨਾ, ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਅਸੀਂ ਗੱਡੀ ਵੀ ਚਲਾਉਂਦੇ ਹਾਂ ਤੇ ਖਾਲੀ ਜ਼ਿਆਦਾ ਜੰਪ ਮਾਰਦੀ ਹੈ, ਜਦੋਂ ਉੱਤੇ ਥੋੜ੍ਹਾ ਜਿਹਾ ਵੇਟ ਪੈ ਜਾਂਦਾ, ਦੋ ਸਵਾਰੀਆਂ ਬੈਠਦੀਆਂ ਤਾਂ ਉਹਦਾ ਜੰਪ ਜਿਹੜੇ ਘਟ ਜਾਂਦੇ ਆ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜ਼ਿੰਦਗੀ ਦੀ ਗੱਲ। ਜੀਵਨ ਜਦੋਂ ਖਾਲੀ ਛੱਡ ਦਿਓ ਤਾਂ ਇਹਦੀ ਹਾਲਤ ਵੀ ਕੁਝ ਇਸ ਤਰ੍ਹਾਂ ਦੀ ਹੈ। ਮਨੁੱਖ ਦੀ ਜੀਵਨ ਦੀ ਤੋਰ ਦਾ, ਜੀਵਨ ਦਾ ਢੰਗ ਵੀ ਇਹੋ ਜਿਹਾ ਹੀ ਹੈ। ਜਗਤ ਦੇ ਜ਼ਿੰਮੇਵਾਰੀਆਂ ਤਾਂ ਮਨੁੱਖ ਨੂੰ ਇੱਕ ਸਹੀ ਔਰ ਸਮੂਥ ਜ਼ਿੰਦਗੀ ਜਿਉਣ ਦਾ ਬਲ ਬਖਸ਼ਦੀਆਂ ਹਨ। ਇਸ ਭਾਰ ਨੂੰ ਚੁੱਕੀ ਰੱਖ ਕੇ ਪਰਮਾਤਮਾ ਦਾ ਸਿਮਰਨ ਕਰਨਾ ਗੁਰਮਤਿ ਨੇ ਸਿਖਾਇਆ ਹੈ। ਉਹ ਕਿਵੇਂ? ਕੁਝ ਉਦਾਹਰਨਾਂ ਗੁਰਬਾਣੀ ਵਿੱਚੋਂ ਦਿੱਤੀਆਂ ਹਨ। ਭਗਤ ਨਾਮਦੇਵ ਜੀ ਦੇ ਮਿੱਤਰ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਕੱਪੜੇ ਛਾਪਦਿਆਂ ਹੋਇਆ ਵੇਖਿਆ। ਇਹ ਸਮਝਿਆ ਕਿ ਨਾਮਦੇਵ ਪਰਮੇਸ਼ਰ ਦੀ ਯਾਦ ਨੂੰ ਭੁੱਲ ਕੇ, ਨਾਮ ਨੂੰ ਵਿਸਾਰ ਕੇ ਦੁਨੀਆ ਦੇ ਜੰਜਾਲ ਵਿੱਚ ਫਸ ਗਿਆ। ਇਹ ਆਮ ਹੀ ਖਿਆਲ ਹੁੰਦਾ ਨਾ ਵੀ ਇੱਕੋ ਵੇਲੇ ਇੱਕੋ ਹੀ ਕੰਮ ਹੋ ਸਕਦਾ ਹੈ। ਹੁਣ ਉਹਨਾਂ ਨੇ ਇਹ ਸਮਝਿਆ ਵੀ ਇਹ ਨਾਮਦੇਵ ਵੀ ਜੰਜਾਲ ਵਿੱਚ ਫਸ ਗਿਆ ਹੈ। ਇਤਰਾਜ਼ ਕੀਤਾ। ਨਾਮਦੇਵ ਜੀ ਨੇ ਅੱਗੋਂ ਜਵਾਬ ਦਿੱਤਾ, ਉਦਾਹਰਨ ਕੀ ਦਿੱਤਾ, ਬੜੀਆਂ ਖੂਬਸੂਰਤ ਉਦਾਹਰਨਾਂ ਦਿੱਤੀਆਂ।
ਅਸੀਂ ਕਈ ਵਾਰੀ ਸ਼ਬਦ ਸੁਣੇ ਹਨ। ਕਹਿੰਦੇ ਨੇ ਮਿੱਤਰਾ, ਕਦੀ ਦੇਖਿਆ ਮੁੰਡਾ ਕਾਗਜ਼ ਦਾ ਪਤੰਗ ਉਡਾਉਂਦਾ, ਆਪਣੇ ਹਾਣੀਆਂ ਦੇ ਨਾਲ ਗੱਪਾਂ ਮਾਰਦਾ, ਗੱਲਾਂ ਕਰਦਾ, ਪਰ ਉਹਦੀ ਸੁਰਤ ਆਪਣੇ ਪਤੰਗ ਵਿੱਚ ਹੁੰਦੀ ਹੈ। ਪਤੰਗ ਉਡਾਉਂਦਾ, ਗੱਲਾਂ ਕਰੀ ਜਾਂਦਾ, ਲੇਕਿਨ ਸੁਰਤ ਉਹਦੀ ਪਤੰਗ ਵਿੱਚ ਹੈ ਵੀ ਉਹ ਕਿੰਨੀ ਉਚਾਈ ਤੇ ਹੈ, ਕੋਈ ਉਹਨੂੰ ਕੱਟਦਾ ਤਾਂ ਨਹੀਂ, ਕੋਈ ਉਹਨੂੰ ਕੱਟਣ ਤਾਂ ਨਹੀਂ ਆ ਗਿਆ, ਸਾਰਾ ਸੁਰਤ ਉਹਦੀ ਪਤੰਗ ਵਿੱਚ ਹੀ ਲੱਗੀ ਰਹਿੰਦੀ ਹੈ। ਦੂਜੀ ਉਦਾਹਰਨ ਦਿੱਤੀ, ਕਹਿੰਦੇ ਨੇ ਕੁੜੀਆਂ, ਜਵਾਨ ਕੁੜੀਆਂ ਖੂਹਾਂ ਤੋਂ ਪਾਣੀ ਭਰਨ ਜਾਂਦੀਆਂ ਨੇ, ਪਾਣੀ ਦੀਆਂ ਗਾਗਰਾਂ ਭਰੀਆਂ ਹੋਈਆਂ ਸਿਰ ਤੇ ਰੱਖੀਆਂ ਹੋਈਆਂ ਨੇ, ਆਪੋ ਵਿੱਚ ਹੱਸਦੀਆਂ ਖੇਡਦੀਆਂ ਹਾਸਾ ਠੱਠਾ ਕਰਦੀਆਂ ਹਨ, ਪਰ ਕਦੀ ਉਹਨਾਂ ਦੀ ਗਾਗਰ ਉਹਨਾਂ ਦੇ ਸਿਰ ਤੋਂ ਡਿੱਗੀ ਨਹੀਂ। ਧਿਆਨ ਉਹਨਾਂ ਦਾ ਹਮੇਸ਼ਾ ਗਾਗਰ ਵਿੱਚ ਹੁੰਦਾ ਹੈ, ਪਾਣੀ ਦੀ ਭਰੀ ਹੋਈ ਗਾਗਰ ਦੇ ਵਿੱਚ ਹੁੰਦਾ ਹੈ। ਕਹਿੰਦੇ ਨੇ ਜਿਹੜਾ ਛੋਟਾ ਜਿਹਾ ਗਾਂ ਦਾ ਵੱਛੜਾ ਹੋਵੇ ਤੇ ਗਾਂ ਦਾ ਮਾਲਕ ਉਹਨੂੰ ਚੁਗਣ ਵਾਸਤੇ ਬਾਹਰ ਦੂਰ ਛੱਡ ਦੇਵੇ, ਗਾਂ ਬਾਹਰ ਘਾਹ ਤਾਂ ਚੁਗਦੀ ਹੈ, ਪਰ ਉਸਦਾ ਧਿਆਨ ਜਿਹੜਾ ਹੈ, ਸੁਰਤ ਜਿਹੜੀ ਆਪਣੇ ਬੱਚੇ ਵਿੱਚ ਹੀ ਹੁੰਦੀ ਹੈ। ਬੱਚੇ ਦੀ ਮਾਂ ਬੱਚੇ ਨੂੰ ਭੰਗੂੜੇ ਵਿੱਚ ਪਾ ਕੇ ਸਵਾ ਕੇ ਘਰ ਦਾ ਕੰਮਕਾਜ ਕਰਦੀ ਹੈ, ਉਹਦਾ ਧਿਆਨ ਹਰ ਵੇਲੇ ਆਪਣੇ ਬੱਚੇ ਵਿੱਚ ਹੀ ਹੁੰਦਾ ਹੈ। ਸੁਨਿਆਰਾ ਗਹਿਣੇ ਘੜਦਾ, ਗਾਹਕਾਂ ਨਾਲ ਗੱਲਾਂ ਤਾਂ ਕਰੀ ਜਾਂਦਾ ਹੈ, ਪਰ ਧਿਆਨ ਉਹਦਾ ਸੋਨੇ ਵਿੱਚ ਹੀ ਹੁੰਦਾ ਹੈ। ਇਹੀ ਉਦਾਹਰਨਾਂ ਦੇ ਕੇ ਉਹਨਾਂ ਨੇ ਸਮਝਾਇਆ ਵੀ ਕਿਵੇਂ ਕਿਰਤ ਕਰਦਿਆਂ ਮਨੁੱਖ ਨੇ ਆਪਣੀ ਸੁਰਤ ਨੂੰ, ਆਪਣੀ ਡੋਰੀ ਨੂੰ ਪਰਮਾਤਮਾ ਦੇ ਚਰਨਾਂ 'ਚ ਜੋੜ ਕੇ ਰੱਖਣਾ ਹੈ। ਗ੍ਰਸਤੀ ਦਾ ਜੀਵਨ ਵਿਹਲੜਾਂ ਦਾ ਜੀਵਨ ਨਹੀਂ ਹੈ। ਸ਼ਬਦ ਰਾਮਕਲੀ ਰਾਗ ਵਿੱਚ ਹੈ, ਆਨੀ ਲੈ ਕਾਗਦ ਕਾਟੀ ਲੈ ਗੂੜੀ ਕਾਸ਼ ਮਦੇ ਪਰਮਈਏ ਲੈ, ਪੰਚ ਜਨਾ ਸਿਉ ਬਾਦ ਬਤੂਆ ਚੀਤ ਸਡੋਰੀ ਰਾਖੀ ਲੈ, ਮਨ ਰਾਮ ਨਾਮਾ ਬੇਦੀ ਲੈ, ਜੈਸੇ ਕਨਕ ਕਲਾਚਿਤ ਮਾਂਡੀਏ ਲੈ। ਫਿਰ ਅੱਗੇ ਉਦਾਹਰਨ ਦਿੱਤੀ ਹੈ ਘੜੇ ਦੀ, ਆਨੀ ਲੈ ਕੁੰਭ ਭਰਾਏ ਲੈ, ਉਦਕ ਰਾਜਕੁਮਾਰ ਪੁਰੰਦਰੀਏ। ਪੂਰੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਇਹ ਸਾਰੀ ਗੱਲ ਸਮਝਾ ਦਿੱਤੀ ਗ੍ਰਸਤੀ ਦਾ ਜੀਵਨ ਕੀ ਹੈ, ਗ੍ਰਸਤੀ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹ ਭਗਤ ਨਾਮਦੇਵ ਜੀ ਨੇ ਇਹ ਅੱਗੋਂ ਹੋਰ ਗੱਲਾਂ ਲਿਖੀਆਂ ਤੇ ਥੋੜੇ ਲਫ਼ਜ਼ਾਂ ਵਿੱਚ ਕਬੀਰ ਜੀ ਨੇ ਵੀ ਇਹਨਾਂ ਦੇ ਦੋਨਾਂ ਗੱਲਾਂ ਬਾਤਾਂ ਨੂੰ, ਦੋਵਾਂ ਮਿੱਤਰਾਂ ਦੀ ਗੱਲ ਨੂੰ ਬਿਆਨ ਕੀਤਾ ਗੁਰਬਾਣੀ ਦੇ ਵਿੱਚ। ਉੱਥੇ ਕਹਿੰਦੇ ਨੇ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ, ਕਾਹੇ ਛਿਪੋ ਛਾਈ ਲੈ ਰਾਮ ਨਾ ਲਾਵੋ ਚੀਤ। ਤਰਲੋਚਨ ਨੇ ਕਿਹਾ, ਮਿੱਤਰ ਨਾਮਦੇਵ ਤਾਂ ਮਾਇਆ ਚ ਮੋਹਿਆ ਗਿਆ, ਹੁਣ ਕੱਪੜੇ ਤਾਂ ਛਾਪਦਾ ਹੀ ਨਹੀਂ, ਇਹ ਕੱਪੜੇ ਛਾਪੀ ਜਾਂਦਾ ਹੈ, ਰਾਮ ਵਿੱਚ ਛੇਤੀ ਨਹੀਂ ਜੋੜਦਾ, ਇਹ ਤਾਂ ਹੁਣ ਸਾਰੀ ਧਿਆਨ ਇਹਦਾ ਦੁਨੀਆਦਾਰੀ 'ਚ ਹੀ ਲੱਗ ਗਿਆ। ਅੱਗੋਂ ਉਹਨਾਂ ਨੇ ਜਵਾਬ ਦਿੱਤਾ ਸ਼ਲੋਕ ਨੰਬਰ 213 ਵਿੱਚ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਸ਼ਲੋਕਾਂ ਵਿੱਚ ਕਬੀਰ ਜੀ ਭਗਤ ਨਾਮਦੇਵ ਜੀ ਤੇ ਭਗਤ ਲੋਚਨ ਜੀ ਦਾ ਜ਼ਿਕਰ ਕਰਦੇ ਹਨ। ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਦੋਨੇ ਭਗਤ ਕਬੀਰ ਜੀ ਤੋਂ ਪਹਿਲਾਂ ਦੇ ਹੋਏ ਹਨ। ਭਗਤ ਨਾਮਦੇਵ ਜੀ ਵੀ, ਭਗਤ ਲੋਚਨ ਜੀ ਵੀ ਕਬੀਰ ਜੀ ਦੇ ਸਮੇਂ ਤੋਂ ਪਹਿਲਾਂ ਦੇ ਹੋਏ ਹਨ। ਤੋ ਇਹਨਾਂ ਦੀ ਗੱਲ ਦਾ ਜ਼ਿਕਰ ਕੀਤਾ ਭਗਤ ਕਬੀਰ ਜੀ ਨੇ ਇਹ ਦੱਸਿਆ ਵੀ ਨਾਮਦੇਵ ਆਪਣੇ ਕੱਪੜੇ ਛਾਪਦਾ ਤੇ ਤਰਲੋਚਨ ਨੇ ਸ਼ਾਇਦ ਇਹ ਭੁਲੇਖਾ ਖਾ ਲਿਆ। ਤਰਲੋਚਨ ਆਖਦਾ, ਮਿੱਤਰ ਨਾਮਦੇਵ ਤੂੰ ਮਾਇਆ ਦੇ ਵਿੱਚ ਹੀ ਫਸ ਗਿਆ, ਹਰ ਵੇਲੇ ਧੰਦਾ ਹੀ ਕਰਦਾ ਰਹਿੰਦਾ, ਅੰਬਰੇ ਹੀ ਠੋਕਦਾ, ਅੰਬਰੇ ਹੀ ਛਾਪਦਾ ਰਹਿੰਦਾ, ਤੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਕਿਉਂ ਨਹੀਂ ਜੋੜਦਾ? ਸਵਾਲ ਕਰਤਾ। ਅੱਗੋਂ ਨਾਮਦੇਵ ਨੇ ਉੱਤਰ ਦਿੱਤਾ, ਮੇਰੇ ਮਿੱਤਰਾ ਤਰਲੋਚਨ ਮੇਰੇ ਮਿੱਤਰ, ਮੂੰਹ ਨਾਲ ਪਰਮਾਤਮਾ ਦਾ ਨਾਮ ਲੈ, ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ। ਢੰਗ ਦੱਸਿਆ ਸਿਮਰਨ ਕਰਨ ਦਾ, ਬੜੀਆਂ ਉਦਾਹਰਨਾਂ ਦਿੱਤੀਆਂ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਵੀ ਤੁਸੀਂ ਟ੍ਰੇਨ ਵਿੱਚ ਸਫ਼ਰ ਕਰ ਰਹੇ ਹੋ, ਰੇਲ ਵਿੱਚ ਬੈਠੇ ਹੋ, ਟ੍ਰੇਨ ਚੱਲਦੀ, ਗੱਡੀ ਦੇ ਪਹੀਆਂ ਦੀ ਖੜਾਕ ਸੁਣਨਾ ਸ਼ੁਰੂ ਕਰੋ। ਪਹਿਲਾਂ ਤਾਂ ਬੜੀ ਖਰਬੀ ਜੀ ਜਾਪਦੀ ਹੈ, ਟ੍ਰੇਨ ਦੇ ਪਹੀਆਂ ਦੀ ਆਵਾਜ਼ ਬੜੀ ਖਰਬੀ ਜੀ, ਬੜਾ ਰੌਲਾ ਲਾ ਜਾਪਦਾ। ਪਰ ਕਹਿੰਦੇ ਪਰ ਜਿਸ ਤਰ੍ਹਾਂ ਤੁਸੀਂ ਨਾਲ ਹੀ ਇਸ ਦੇ ਵਾਹਿਗੁਰੂ, ਤੂੰ ਹੀ ਵਾਹਿਗੁਰੂ ਵਾਹਿਗੁਰੂ ਦੀ ਸੁਰ ਲਾ ਦਿਓਗੇ ਤੇ ਦੇਖੋ ਕੈਸੀ ਮਸਤੀ ਭਰੀ ਮੌਜ ਬਣ ਜਾਏਗੀ। ਉਸ ਆਵਾਜ਼ ਵਿੱਚ ਜਿਵੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਵੇਂ ਜਿਵੇਂ ਪਹੀਆ ਚੱਲਦਾ ਤਿਵੇਂ ਤੁਹਾਡੇ ਅੰਦਰ ਵੀ ਵਾਹਿਗੁਰੂ ਦਾ ਪਹੀਆ ਚੱਲਣਾ ਸ਼ੁਰੂ ਹੋ ਜਾਏ ਤਾਂ ਬੜਾ ਆਨੰਦ ਬਣ ਜਾਂਦਾ ਹੈ। ਕਹਿੰਦੇ ਟਾਂਗੇ ਤੇ ਬੈਠੇ ਹੋ, ਘੋੜੇ ਦੇ ਟਾਪਾਂ ਵੱਲ ਨੂੰ ਕੰਨ ਲਾ ਦਿਓ ਤੇ ਟਾਪਾਂ ਦੀ ਤਾਲ ਦੇ ਨਾਲ ਅੰਦਰ ਧੁਨੀ ਛੇੜ ਦਿਓ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਕਹਿੰਦੇ ਤੁਹਾਡਾ ਧਿਆਨ ਜਿਹੜਾ ਉਸ ਪਰਮੇਸ਼ਰ ਦੀ ਮਸਤੀ ਵਿੱਚ ਜੁੜ ਜਾਏਗਾ। ਗੱਲ ਤਾਂ ਸਿਰਫ ਕਰਨ ਦੀ ਹੈ,
ਵੀ ਅਸੀਂ ਗ੍ਰਸਤੀ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਗ੍ਰਸਤੀ ਦਾ ਸਿਮਰਨ ਕਿਹੋ ਜਿਹਾ ਹੈ। ਪੈਦਲ ਤੁਰੇ ਜਾ ਰਹੇ ਹਾਂ, ਪੈਦਲ ਤੁਰੇ ਜਾ ਰਹੇ ਹਾਂ, ਤੇ ਕਹਿੰਦੇ ਪੈਦਲ ਮਨ ਕਦੀ ਵਿਹਲਾ ਤਾਂ ਰਹਿ ਨਹੀਂ ਸਕਦਾ। ਕਈ ਫੁਰਨੇ ਫੁਰਦੇ ਨੇ ਇਸ ਪੈਦਲ ਦੇ ਵਿੱਚ ਤੁਰਦਿਆਂ ਤੁਰਦਿਆਂ, ਬੜੇ ਮਨ ਦੇ ਵਿੱਚ ਫੁਰਨੇ ਫੁਰਦੇ ਹਨ। ਕਹਿੰਦੇ ਨੇ ਪੈਰ ਅੱਗੇ ਕਰੋ, ਇੱਕ ਪੈਰ ਕਦਮ ਇਹਦਾ ਵਾਹਿਗੁਰੂ 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 ਵਾਹਿਗੁਰੂ। ਇਹਨਾਂ ਕਦਮਾਂ ਦੇ ਨਾਲ ਕਿਤੇ ਵਾਹਿਗੁਰੂ ਦੀ ਧੁਨੀ ਨੂੰ ਛੇੜ ਦਿਓ ਤੇ ਕਿਆ ਰਸ ਤੁਰਨ ਦਾ ਵੀ ਬਣਦਾ ਹੈ, ਤੇ ਕਿਆ ਰਸ ਪਰਮੇਸ਼ਰ ਦੇ ਨਾਮ ਦਾ ਵੀ ਆਉਂਦਾ ਹੈ, ਸਿਮਰਨ ਦਾ ਵੀ ਆਉਂਦਾ ਹੈ। ਪਹਾੜਾਂ ਤੇ ਬੈਠ ਕੇ ਅਸੀਂ, ਪਹਾੜਾਂ ਦੇ ਨਦੀ ਦੇ ਕੰਢੇ ਤੇ ਬੈਠੇ, ਪੱਥਰਾਂ ਨਾਲ ਵੱਜਦੇ ਹੋਏ ਪਾਣੀ ਦੀ ਆਵਾਜ਼ ਆਉਂਦੀ ਹੈ, ਖੜਾਕ ਆਉਂਦੀ ਹੈ। ਬਸ ਉਸ ਖੜਾਕ ਵਿੱਚ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਜਲਸ ਤੂੰ ਹੀ, ਥਲਸ ਤੂੰ ਹੀ, ਤੂੰ ਹੀ ਤੂੰ, ਤੂੰ ਹੀ ਤੂੰ, ਜਲੇ ਹਰੀ ਥਲੇ ਹਰੀ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। कैसी मस्ती बन जाएगी, क्या आनंद बढ़ेगा, क्या दुनिया ਦੀਆਂ चिंता सब मुक जाएगी, सब चिंता फिर खत्म हो जाएंगे। रात ਨੂੰ ਸੌਣ ਵੇਲੇ ਮੰਜੇ ਤੇ ਲੇਟ ਗਏ, ਅੰਦਰ ਬਾਹਰ ਜਦੋਂ ਸਾਹ ਲੈਂਦੇ ਆ, ਕਹਿੰਦੇ ਉਹ ਸਾਹਾਂ ਦੇ ਨਾਲ ਆਪਾਂ ਵਾਹਿਗੁਰੂ 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 ਇਹਦੀ ਸੁਰ ਲਾ ਦਈਏ ਤਾਂ ਦੇਖੋ ਕਿਆ ਆਨੰਦ ਬਣਦਾ ਹੈ। ਪੁਰਾਣੇ ਜ਼ਮਾਨੇ 'ਚ ਹਰੜ ਚੱਲਦੇ ਸੀ, ਹਰੜ ਦੀ ਉਦਾਹਰਨ ਦਿੱਤੀ। ਕਹਿੰਦੇ ਹਰੜ ਦੀ ਦੋ ਬਲਦ ਹੁੰਦੇ ਸਨ ਜਿਹੜੇ ਹਰੜ ਨੂੰ ਚਲਾਉਂਦੇ ਸਨ। ਪਿੱਛੇ ਜਿਹੜੀ ਇੱਕ ਲੱਕੜ ਦੀ ਹੁੰਦੀ ਸੀ ਜਿਹਦੇ ਨਾਲ ਰੱਸਾ ਬੰਨ੍ਹ ਕੇ ਉਹਨੂੰ ਖਿੱਚਿਆ ਜਾਂਦਾ ਸੀ, ਟਿੰਡਾਂ ਜਿਹਦੇ ਨਾਲ ਅੱਗੇ ਘੁੰਮਦੀਆਂ ਸਨ, ਉਹਨੂੰ ਗਾਦੀ ਕਹਿੰਦੇ ਸਨ। ਕਹਿੰਦੇ ਉਸ ਲੱਕੜ ਦੀ ਗਾਦੀ ਦੇ ਉੱਤੇ ਬੈਠ ਜਾਓ, ਖੂਹ ਦਾ ਰਾਗ ਸੁਣੋ, ਟਿਕ 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 ਟਿਕ, ਹਰ ਕਰਦੇ ਹਰ ਟਿੰਡ ਦੇ ਨਾਲ ਦੀ ਆਵਾਜ਼ ਆਉਂਦੀ ਸੀ, ਟਿਕ 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 ਟਿਕ। ਉਸ ਟਿਕ ਦੇ ਨਾਲ ਕਹਿੰਦੇ ਵਾਹਿਗੁਰੂ ਜੋੜ ਦਿਓ, ਕਿਆ ਆਨੰਦ ਆਏਗਾ। ਹਰ ਹਟ ਵੀ ਤੂੰ ਤੂੰ ਕਰੇ, ਬੋਲੇ ਭਲੀ ਬਾਣ, ਲੱਗੇਗਾ ਵੀ ਹਰਟ ਵੀ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ, ਉਹ ਹਰਟ ਵੀ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੈ, ਆਪਣੇ ਮਾਲਕ ਕੋਲ ਬੈਠਾ ਹੈ। ਬਸ ਇਸੇ ਤਰ੍ਹਾਂ ਤੁਰਦਿਆਂ ਫਿਰਦਿਆਂ, ਬੈਠਦਿਆਂ, ਜਾਗਦਿਆਂ, ਸੌਂਦਿਆਂ ਜਾਗਦਿਆਂ ਉਸ ਆਪਣੇ ਵਾਹਿਗੁਰੂ ਦੇ ਆਪਣੇ ਯਾਦ, ਵਾਹਿਗੁਰੂ ਦੀ ਯਾਦ ਨੂੰ ਆਪਣੇ ਗਲੇ ਦਾ ਸ਼ਿੰਗਾਰ ਬਣਾ ਕੇ ਰੱਖਣਾ। ਉਹ ਹੈ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਸ਼ਰਵਨ ਸੁਨੀਜੇ ਅੰਮ੍ਰਿਤ ਕਥਾ, ਜਾਪ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਥਾ। ਕਾਰਜ ਕਾਮ ਬਾਟ ਘਾਟ ਚਪੀਜੇ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨਾ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਏ ਨਾਨਕ ਤਿਸ ਲੱਗ ਪਾਹੀ। ਉਸ ਪੈਰ ਉਹਦੇ ਸੰਗਤ ਵਿੱਚ ਗਤ ਹੋ ਜਾਂਦੀ ਹੈ। ਇੱਥੇ ਹੋਰ ਵੀ ਧਿਆਨ ਜ਼ਰੂਰੀ ਹੈ, ਜਿਹੜਾ ਜ਼ਰੂਰੀ ਚੀਜ਼ ਹੈ। ਕਦੀ ਖੇਤੀ ਦੀ ਉਦਾਹਰਨ ਦਿੱਤੀ ਵੀ ਕਦੀ ਕਿਸਾਨ ਦੀ ਜ਼ਿੰਦਗੀ ਨੂੰ ਦੇਖੋ, ਬਸ ਮੈਂ ਕਿ ਸਮਾਪਤੀ ਕਰਾਂਗਾ। ਕਿਸਾਨ ਦੀ ਜ਼ਿੰਦਗੀ ਨੂੰ ਦੇਖੋ, ਕਦੀ ਉਹਨੇ ਫਸਲ ਬੀਜਣ ਲੱਗਿਆ ਵੱਤਰ ਨਹੀਂ ਖੁੰਝਣ ਦਿੱਤੀ। ਵੱਤਰ ਦਾ ਮਤਲਬ ਜੇ ਕਣਕ ਬੀਜਣ ਦਾ ਸਮਾਂ ਹੈ ਤੇ ਉਹਨੇ ਕਦੀ ਮੱਕੀ ਨਹੀਂ ਬੀਜੀ, ਕਿਉਂਕਿ ਬੀਜਿਆ ਹੋਇਆ ਬੀਜ ਵੀ ਅਜਾਈਂ ਚਲਾ ਜਾਏਗਾ। ਜੇ ਮੱਕੀ ਬੀਜਣ ਦਾ ਸਮਾਂ ਤਾਂ ਫਿਰ ਕਣਕ ਨਹੀਂ ਬੀਜ ਦਿੱਤੀ। ਮਤਲਬ ਵੱਤਰ ਦਾ ਇੱਕ ਵੱਤਰ ਹੁੰਦੀ ਹੈ, ਜਦੋਂ ਖੇਤ ਦੀ ਗਿੱਲੀ ਕਿੰਨੀ ਹੈ, ਸੁੱਕੀ ਕਿੰਨੀ ਹੈ, ਕਿੰਨੀ ਨਮੀ ਦੇ ਵਿੱਚ ਬੀਜ ਜਿਹੜਾ ਹਰਾ ਹੋਣਾ ਹੈ, ਉਹਨੂੰ ਕਹਿੰਦੇ ਵੱਤਰ। ਤੇ ਉਹ ਕਹਿੰਦੇ ਨੇ ਕਦੀ ਕਿਸਾਨ ਨੇ ਵੱਤਰ ਨੂੰ ਖੁੰਝਣ ਨਹੀਂ ਦਿੱਤਾ। ਉਹਨੂੰ ਪਤਾ ਹੈ ਵੀ ਜੇ ਵੱਤਰ ਖੁੰਝ ਗਈ ਤਾਂ ਫਸਲ ਕਿੱਥੋਂ ਹੋਏਗੀ। ਤਾਂ ਅੱਠੇ ਪੈਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣਾ ਇਹ ਫਸਲ ਦੀ ਰਾਖੀ ਹੈ। ਪਰ ਇਸ ਬੀਜ ਦਾ ਅਸਲੀ ਬੀਜਣ ਦਾ ਅਸਲੀ ਸਮਾਂ ਹੈ ਅੰਮ੍ਰਿਤ ਵੇਲਾ, ਪ੍ਰਭਾਤ ਦਾ ਵੇਲਾ, ਜਦੋਂ ਚਿੜੀ ਚੁੰਕਦੀ ਹੈ। ਰੱਬ ਦੀ ਆਸ਼ਕ ਉਹਦੇ ਸਿਮਰਨ ਵਿੱਚ ਜੁੜਦੇ ਹਨ। ਚਿੜੀ ਚੁੰਕੀ ਪੋ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇਸ ਜਦੋਂ ਪੋਹ ਫਟਾਲਾ ਹੋਵੇ, ਚਿੜੀ ਚੁੱਕਦੀ ਹੈ, ਉਸ ਵੇਲੇ ਭਗਤਾਂ ਦੇ ਹਿਰਦਿਆਂ ਵਿੱਚ ਉਹਦੇ ਤਰੰਗ ਉੱਠਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਸਾਹਿਬ ਬਚਨ ਕਰਦੇ ਬਈ ਉਹ ਬੰਦੇ ਜਿਹੜੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਦੇ ਹਨ, ਉਹਨਾਂ ਦੀ ਜੀਵਨ ਦੀ ਹਾਲ ਚਾਲ ਵੀ ਇਹੋ ਜਿਹੀ ਹੈ। ਉਹ ਤਾਂ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂਦਰ ਸੁਣੀ ਪੁਕਾਰ, ਮੇਘਿਆ ਨੂੰ ਫਰਮਾਨ ਹੋਆ, ਬਰਸੋ ਕਿਰਪਾ ਧਾਰ। ਹੋਂ ਤਿਨ ਕੈ ਬਲਿਹਾਰ ਨੇ, ਜਿਨੀ ਸੱਚ ਰੱਖਿਆ ਉਰ ਧਾਰ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਮਲਾਰ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਵੀ ਬਬੀਹਾ ਬੋਲਦਾ ਹੈ। ਗੁਰਸਿੱਖ ਬਬੀਹਾ ਅੰਮ੍ਰਿਤ ਵੇਲੇ ਉੱਠਦਾ ਅਤੇ ਮੇਰਾ ਪਿਆਰਾ ਪਰਮੇਸ਼ਰ ਗੁਰੂ ਨੂੰ ਹੁਕਮ ਕਰਦਾ, ਜਾ ਇਸ ਬਬੀਹੇ ਦੀ ਠੰਡੀ ਠਾਰ ਨਾਮ ਦੀ ਬੂੰਦ ਇਹਦੀ ਚੋਟੀ ਵਿੱਚ ਪਾ ਦੇ, ਇਹਦਾ ਅੰਦਰ ਸ਼ੀਤਲ ਹੋ ਜਾਏ। ਪਰ ਗੁਰੂ ਉਹ ਨਾਮ ਦੀ ਬੂੰਦ ਅੰਮ੍ਰਿਤ ਵੇਲੇ ਉੱਠੇ ਹੋਏ ਬਬੀਹੇ ਦੀ ਚੋਟੀ ਵਿੱਚ ਪਾਉਂਦਾ ਅਤੇ ਅੰਮ੍ਰਿਤ ਦਾ ਪ੍ਰਵਾਹ ਉਹਦੇ ਅੰਦਰ ਚੱਲਦਾ ਹੈ। ਗੁਰੂ ਸਾਹਿਬ ਰਹਿਮਤ ਕਰਨ, ਸਾਨੂੰ ਇਹ ਜੁਗਤੀ ਜਿਹੜੀ ਆ ਜਾਏ। ਇਸ ਤਰ੍ਹਾਂ ਅਸੀਂ ਵੀ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਹੋਏ ਆਪਣਾ ਲੋਕ ਸ੍ਰੀ ਪਰਲੋਕ ਸਹੇਲਾ ਕਰ ਸਕੀਏ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।